ਕਿਰਪਾਲਾ ਸਤਿਗੁਰ ਪਰਮਾ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ 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 ਜਗਦੀਸਾ। ਕਰੇ ਕੀਰਤਨ ਕਿਆ ਹੋਏ ਜਾਏ, ਰੁਦਨ ਕਰੇ ਨਹਿ ਕਾਜ ਸਰਾਏ। ਗੁਰ ਬਚ ਪਰਨੈ ਪ੍ਰੀਤ ਪਰਤੀਤੇ, ਕਰਤ ਸਰਬ ਕੁਛ ਗਮ ਨ ਤਰੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਰਵਣ ਕਰਨ ਵਾਸਤੇ ਪਹੁੰਚੇ ਹਾਂ। ਸਤਿਗੁਰਾਂ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਸੰਗਤ ਮੇਲੇ ਦੇ ਰੂਪ ਵਿੱਚ ਇਕੱਠੀ ਹੋਈ ਹੈ। ਜਦੋਂ ਸੰਗਤਾਂ ਨੇ ਦਰਸ਼ਨ ਦਿਦਾਰੇ ਕਰ ਲਏ, ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ ਵੀ ਸੰਗਤ ਕੋਈ ਵੀ ਆਪਣੇ ਨਗਰ ਇਲਾਕੇ ਨੂੰ ਨਾ ਜਾਵੇ। ਸਾਰੇ ਦਰਵਾਜ਼ੇ ਸਾਰੇ ਰਾਹ ਬੰਦ ਕਰ ਦਿਓ। ਜਿੰਨਾ ਚਿਰ ਅਸੀਂ ਨਾ ਕਹੀਏ ਉਹਨਾਂ ਚਿਰ ਆਨੰਦਪੁਰ ਸਾਹਿਬ ਤੋਂ ਬਾਹਰ ਕੋਈ ਨਾ ਜਾਵੇ। 2-4 ਦਿਨ ਲੰਘ ਗਏ, ਸੰਗਤਾਂ ਵਿਆਕੁਲ ਹੋ ਗਈਆਂ। ਕਿਸੇ ਨੂੰ ਘਰ ਦਾ ਕੰਮ ਯਾਦ ਹੈ, ਕਿਸੇ ਨੂੰ ਕੋਈ ਬਹਾਨਾ ਹੈ। ਜਦੋਂ ਕੋਈ ਵੀ ਬਹਾਨਾ ਚੱਲਿਆ ਨਹੀਂ ਤੇ ਇਹਨਾਂ ਨੇ ਇੱਕ ਨਵੀਂ ਖੇਡ ਖੇਡੀ ਹੈ, ਨਵੀਂ ਸਕੀਮ ਇੱਕ ਲਾਈ ਹੈ। ਇੱਕ ਚੰਗੇ ਭਲੇ ਜਿਉਂਦੇ ਬੰਦੇ ਨੂੰ ਮੰਜੇ ਤੇ ਲੰਮੇ ਪਾ ਕੇ ਆਖਿਆ ਵੀ ਇਹ ਤੇ ਮਰ ਗਿਆ ਹੈ, ਵੀ ਮਹਾਰਾਜ ਹੁਣ ਤੇ ਕਹਿਣਗੇ ਨਾ ਵੀ ਜਾਓ ਜਾ ਕੇ ਸੰਸਕਾਰ ਕਰ ਲਓ। ਮੰਜੇ ਦੇ ਉੱਪਰ ਲੰਮੇ ਪਾ ਕੇ 4 ਬੰਦਿਆਂ ਨੇ ਮੰਜਾ ਚੁੱਕ ਲਿਆ, ਬਾਕੀ ਕੁਝ ਨਾਲ ਰੋਣ ਲੱਗ ਪਏ, ਕੋਈ ਨਾਲ ਕੀਰਤਨ ਕਰਨ ਲੱਗ ਪਏ। ਤੁਰੇ ਜਾ ਰਹੇ ਆਨੰਦਪੁਰ ਸਾਹਿਬ ਤੋਂ ਬਾਹਰ ਜਾਣ ਵਾਸਤੇ। ਮਹਾਰਾਜ ਨੂੰ ਪਤਾ ਲੱਗਾ, ਸਤਿਗੁਰੂ ਕਹਿੰਦੇ ਸਾਡੇ ਕੋਲ ਲੈ ਕੇ ਆਓ ਜਿਹੜਾ ਮੁਰਦਾ ਮਰਿਆ ਹੋਇਆ ਹੈ। ਅਤੇ ਸੰਗਤਾਂ ਜਦੋਂ ਮਹਾਰਾਜ ਜੀਆਂ ਦੇ ਕੋਲ ਆਏ ਤੇ ਸਤਿਗੁਰੂ ਪਾਤਸ਼ਾਹ ਜੀ ਉਸ ਵੇਲੇ ਆਪਣੇ ਮੁਖ ਤੋਂ ਮਹਾਰਾਜ ਜੀ ਇਹਨਾਂ ਨੂੰ ਜਿਹੜਾ ਬਚਨ ਹੈ ਉਹ ਕਹਿਣ ਲੱਗੇ ਨੇ, ਆਪਾਂ ਸਰਵਨ ਕਰਾਂਗੇ। ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੱਖ ਸਮੀਪ ਸਭਨ ਕੇ ਸਾਥ। ਜਿਹੜੇ ਨਾਲ ਸਿੱਖ ਮੰਜਾ ਚੁੱਕੀ ਆਉਂਦੇ ਸਨ ਕਿ ਇਹ ਤੇ ਮਰ ਗਿਆ ਹੈ, ਮੁਰਦਾ ਜਾਣ ਕੇ ਮੰਜਾ ਚੁੱਕ ਲਿਆ, ਹੈ ਜਿਉਂਦਾ, ਇੱਕ ਬਹਾਨਾ ਘੜਿਆ ਹੈ। ਜਿਹੜੇ ਮੰਜੇ ਦੇ ਨਾਲ ਨਾਲ ਤੁਰੇ ਆਉਂਦੇ ਸਨ, ਮਹਾਰਾਜ ਉਹਨਾਂ ਦੇ ਨਾਲ ਉਸ ਵੇਲੇ ਅਵਲੋਕਤ ਬੋਲੇ ਗੁਰਨਾਥ। ਸਤਿਗੁਰਾਂ ਨੇ ਵੇਖ ਕੇ ਨਾ ਤੇ ਬਚਨ ਕੀਤਾ। ਜਿਹੜੇ ਬਹੁਤੇ ਅੱਗੇ ਰੋਂਦੇ ਪਏ ਸਨ ਨਾ, ਦਿਖਾਵਾ ਬਹੁਤਾ ਕਰਦੇ ਵੀ ਸਾਡਾ ਤੇ ਨੁਕਸਾਨ ਹੀ ਬੜਾ ਹੋ ਗਿਆ, ਇਹ ਸਾਡਾ ਖਾਸ ਰਿਸ਼ਤੇਦਾਰ ਸਰੀਰ ਛੱਡ ਗਿਆ, ਉਹਨਾਂ ਵੱਲ ਵੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਏਕ ਬਹੁਤ ਸਿੱਖੀ ਗੁਰਦੂਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਗੁਰੂ ਕਿਉ ਸਿੱਖੋ, ਭੇਖ ਜਿੰਨੇ ਮਰਜ਼ੀ ਬਣਾ ਲਓ, ਨਾਟਕ ਜਿੰਨੇ ਮਰਜ਼ੀ ਕਰ ਲਓ, ਵਿਖਾਵਾ ਜਿੰਨਾ ਮਰਜ਼ੀ ਕਰ ਲਓ, ਪਰ ਸਿੱਖੀ ਹੈ ਬਹੁਤ ਦੂਰ। ਤੁਹਾਡੇ ਕਮਾਉਣ ਦੀ ਗੱਲ ਨਹੀਂ ਹੈ, ਤੁਹਾਡੇ ਵੱਸ ਦੀ ਗੱਲ ਨਹੀਂ ਵੀ ਤੁਸੀਂ ਸਿੱਖੀ ਕਮਾ ਲਵੋ। ਕਾਰਨ ਇਹ ਹੈ ਵੀ ਮਹਾਰਾਜ ਜਾਣਦੇ ਨੇ ਬੰਦਾ ਮਰਿਆ ਨਹੀਂ, ਕੇਵਲ ਸਾਨੂੰ ਵਿਖਾਉਣ ਵਾਸਤੇ, ਗੁਰੂ ਨੂੰ ਛਲਣ ਵਾਸਤੇ ਜਿਉਂਦੇ ਬੰਦੇ ਨੂੰ ਮੰਜੇ ਤੇ ਪਾ ਕੇ ਆਖਿਆ ਤੇ ਮਰ ਗਿਆ ਹੈ। ਮਹਾਰਾਜ ਕਹਿੰਦੇ ਭੇਖ ਬਣਾਉਣੇ ਬੜੇ ਸੌਖੇ ਨੇ, ਪਰ ਸਿੱਖੀ ਕਮਾਉਣੀ ਬੜੀ ਔਖੀ ਹੈ। ਤੁਹਾਡੇ ਤੋਂ ਸਿੱਖੀ ਬਹੁਤ ਦੂਰ ਹੈ।
ਤੁਸੀਂ ਛਲੀਏ ਲੋਕ ਹੋ। ਗੁਰ ਘਰ ਕੀ ਪ੍ਰਤੀਤ ਤੇ ਉਰੇ। ਸਤਿਗੁਰੂ ਕਹਿਣ ਲੱਗੇ ਵੀ ਤੁਹਾਡੇ ਮਨ ਵਿੱਚ ਤੇ ਪ੍ਰਤੀਤ ਹੈ ਹੀ ਨਹੀਂ, ਭਰੋਸਾ ਹੈ ਹੀ ਨਹੀਂ। ਤੇ ਜਿਹਦੇ ਮਨ ਵਿੱਚ ਗੁਰਮੁਖੋ ਭਰੋਸਾ ਨਹੀਂ ਨਾ, ਉਹ ਫਿਰ ਗੁਰੂ ਦੇ ਦਰ ਤੋਂ ਖਾਲੀ ਰਹਿ ਜਾਂਦਾ। ਭਰੋਸੇ ਬਿਨਾਂ ਦਾਤ ਮਿਲਦੀ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਆਏ ਗੁਰੂ ਦੇ ਕੋਲ ਜ਼ਰੂਰ ਵੀ ਆਨੰਦਪੁਰ ਚੱਲੀਏ ਤੇ ਮੇਲਾ ਵੇਖ ਕੇ ਆਈਏ, ਪਰ ਤੁਹਾਡਾ ਅੰਦਰੋਂ ਜਿਹੜਾ ਮਨ ਹੈ ਉਹ ਭਰੋਸੇ ਤੋਂ ਖਾਲੀ ਹੈ। ਤੁਹਾਡੇ ਮਨ ਵਿੱਚ ਕੋਈ ਸ਼ਰਧਾ, ਕੋਈ ਭਰੋਸਾ ਨਹੀਂ ਹੈ। ਕਰੇ ਕੀਰਤਨ ਕਿਆ ਹੋਏ ਜਾਏ। ਸਤਿਗੁਰੂ ਕਹਿਣ ਲੱਗੇ ਜਿੰਨਾ ਚਿਰ ਭਰੋਸਾ ਨਹੀਂ, ਇਹ ਸ਼ਬਦ ਪੜ੍ਹਦੇ ਸਨ, ਸੇਵਕ ਕੀ ਓੜਕ ਨਿਭੀ ਪ੍ਰੀਤ, ਇਹ ਸ਼ਬਦ ਪੜ੍ਹਦੇ ਆਉਂਦੇ। ਮਹਾਰਾਜ ਕਹਿੰਦੇ ਜੇ ਭਰੋਸਾ ਨਹੀਂ ਤੇ ਕੀਰਤਨ ਕਰਕੇ ਵੀ ਕੀ ਕਰ ਲਵੋਗੇ। ਕੀਰਤਨ ਕਰਨ ਦਾ ਲਾਭ ਤੇ ਤਾਂ ਹੀ ਹੈ ਨਾ ਜੇ ਭਰੋਸਾ ਹੈ। ਜੇ ਭਰੋਸਾ ਨਹੀਂ, ਸ਼ਰਧਾ ਨਹੀਂ, ਗੁਰੂ ਦੇ ਉੱਪਰ ਇਤਬਾਰ ਹੀ ਨਹੀਂ ਹੈ, ਤੇ ਫਿਰ ਕੀਰਤਨ ਕੀਤਿਆਂ ਕੀ ਹੋਵੇਗਾ। ਜਿੰਨਾ ਮਰਜ਼ੀ ਉੱਚੀ ਉੱਚੀ ਏਕਾਂ ਲਾਈ ਜਾਓ, ਰੋਈ ਜਾਓ, ਸਿਰ ਘੁਮਾਈ ਜਾਓ ਵੀ ਸਾਨੂੰ ਬੜੀ ਖੁਮਾਰੀ ਚੜੀ ਹੈ, ਇਹ ਤੇ ਕੇਵਲ ਇੱਕ ਵਿਖਾਵਾ ਹੈ। ਇਸ ਤਰ੍ਹਾਂ ਦਾ ਕੀਰਤਨ ਗੁਰੂ ਨੂੰ ਵੀ ਪ੍ਰਵਾਨ ਨਹੀਂ ਹੈ। ਮਹਾਰਾਜ ਆਖਦੇ ਹਨ ਰੁਦਨ ਕਰੇ ਨਾ ਕਾਜ ਸਰਾਏ। ਅਤੇ ਨਾ ਹੀ ਰੋਇਆਂ ਕੰਮ ਬਣਦਾ। ਜੇ ਕੋਈ ਬੰਦਾ ਆਖੇ ਨਾ ਵੀ ਰੋ ਰੋ ਕੇ ਮੇਰਾ ਕੰਮ ਬਣ ਜਾਏਗਾ, ਜਿੰਨਾ ਮਰਜ਼ੀ ਰੋਈ ਜਾਓ, ਰੋਣ ਕਰਕੇ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਹੈ। ਨਾ ਉਹ ਹੱਸਣ ਕਰਕੇ ਖੁਸ਼ ਹੁੰਦਾ, ਨਾ ਉਹ ਨੱਚਣ ਕਰਕੇ ਖੁਸ਼ ਹੁੰਦਾ ਹੈ। ਪਰਮਾਤਮਾ ਬਾਹਰੀ ਦਿਖਾਵੇ ਨੂੰ ਦੇਖਦਾ ਨਹੀਂ ਹੈ। ਜੇ ਕੋਈ ਬੰਦਾ ਆਖੇ 24 ਘੰਟੇ ਹਾਏ ਮਰ ਗਿਆ, ਹਾਏ ਮਰ ਗਿਆ ਹੀ ਕਰੀ ਜਾਵਾਂ, ਰੋਈ ਜਾਵਾਂ, ਗੁਰੂ ਦੇ ਘਰ ਆ ਕੇ ਪੀੜਾ ਫੜ ਲਵਾਂ, ਮਹਾਰਾਜ ਦਾ ਗੋਲਕ ਨੂੰ ਹੱਥ ਪਾ ਕੇ ਇੱਥੇ ਹੀ ਬੈਠ ਜਾਵਾਂ, ਰੋਣ ਹੀ ਲੱਗ ਪਵਾਂ, ਤੇ ਗੁਰੂ ਮੇਰੇ ਤੇ ਰੀਝ ਜਾਏਗਾ, ਖੁਸ਼ ਹੋ ਜਾਏਗਾ। ਮਹਾਰਾਜ ਕਹਿੰਦੇ ਕੁਝ ਨਹੀਂ ਇਹਦੇ ਨਾਲ ਹੋਣਾ, ਗੁਰੂ ਸਭ ਜਾਣਦਾ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਬਾਹਰੋਂ ਜਿੰਨਾ ਮਰਜ਼ੀ ਤੂੰ ਬਣਾਵਟ ਬਣਾ ਕੇ ਵਿਖਾ ਲਾ, ਪਰ ਗੁਰੂ ਮਨ ਦੀ ਜਾਣਦਾ ਹੈ। ਗੁਰ ਬਚ ਪਰ ਨਹਿ ਪ੍ਰੀਤ ਪ੍ਰਤੀਤੇ। ਸਤਿਗੁਰੂ ਕਹਿਣ ਲੱਗੇ ਨਾ ਤੁਹਾਨੂੰ ਸਾਡੇ ਨਾਲ ਪ੍ਰੇਮ ਹੈ, ਨਾ ਤੁਹਾਨੂੰ ਸਾਡੇ ਉੱਪਰ ਭਰੋਸਾ ਹੈ। ਜਦੋਂ ਗੁਰੂ ਦੇ ਉੱਪਰ ਭਰੋਸਾ ਹੀ ਨਹੀਂ ਰਹਿ ਗਿਆ, ਜਾਂ ਗੁਰੂ ਦੇ ਨਾਲ ਪ੍ਰੇਮ ਹੀ ਨਹੀਂ ਹੈ, ਤੇ ਫਿਰ ਕੀ ਕਰਾਂਗੇ। ਕੋਈ ਪ੍ਰਾਪਤੀ ਤੇ ਨਾ ਹੋਈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਤੁਹਾਨੂੰ ਸਾਡੇ ਨਾਲ ਪ੍ਰੇਮ ਨਹੀਂ, ਤੁਹਾਨੂੰ 2 ਦਿਨ ਰੋਕਿਆ ਤੇ ਤੁਹਾਨੂੰ ਹੁਣੇ ਹੀ ਬਹਾਨੇ ਚੇਤੇ ਆ ਗਿਆ ਵੀ ਮਹਾਰਾਜ ਛੇਤੀ ਰਾਹ ਖੋਲ ਦਿਓ, ਸਾਡੀਆਂ ਤੇ ਮੱਝਾਂ ਨਹੀਂ ਮਿਲਦੀਆਂ, ਸਾਡੀਆਂ ਤੇ ਦੁਕਾਨਾਂ ਨਹੀਂ ਚੱਲਦੀਆਂ, ਸਾਡੀਆਂ ਤੇ ਫਸਲਾਂ ਸੁੱਕ ਗਈਆਂ। ਕਿੰਨਾ ਕੁ ਪ੍ਰੇਮ ਹੈ ਤੁਹਾਡੇ ਵਿੱਚ ਵੀ 2 ਦਿਨ ਨਹੀਂ ਰੁਕ ਸਕੇ। ਤੇ ਗੁਰਮੁਖੋ ਉਹਨਾਂ ਮਹਾਨ ਸਿੱਖਾਂ ਨੂੰ ਯਾਦ ਕਰੀਏ ਜਿਹੜੇ 8 ਮਹੀਨੇ ਮਹਾਰਾਜ ਦੇ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਰਹੇ। ਉਹਨਾਂ ਦਾ ਕਿੰਨਾ ਪਿਆਰ ਹੋਵੇਗਾ। ਇਹ ਤੇ 2 ਦਿਨ ਰੁਕਣ ਵਾਸਤੇ ਵੀ ਤਿਆਰ ਨਹੀਂ। ਨਾ ਤੁਹਾਨੂੰ ਸਾਡੇ ਨਾਲ ਪ੍ਰੇਮ ਹੈ, ਨਾ ਹੀ ਤੁਹਾਨੂੰ ਸਾਡਾ ਭਰੋਸਾ ਹੈ। ਤੁਸੀਂ ਭਰੋਸਾ ਵੀ ਸਾਡੇ ਤੇ ਨਹੀਂ ਕਰਦੇ, ਤੁਹਾਨੂੰ ਸਾਡਾ ਭਰੋਸਾ ਨਹੀਂ ਹੈ। ਕਰਤ ਸਭ ਸਰਬ ਕੁਛ ਗਮਨਤ ਰੀਤੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਰਦੇ ਸਾਰਾ ਕੁਝ ਹੀ ਪਏ ਹੋ। ਹੁਣ ਘਰੋਂ ਚੱਲੇ ਹੋਣਗੇ, ਮੰਜਾ ਬਿਸਤਰਾ ਨਾਲ ਲਿਆ ਹੋਵੇਗਾ, ਰੋਟੀ ਪ੍ਰਸ਼ਾਦਾ ਵੀ ਨਾਲ ਲਿਆ ਹੋਵੇਗਾ, ਖੀਸੇ ਦੇ ਵਿੱਚ ਮਾਇਆ ਵੀ ਪਾਈ ਹੋਵੇਗੀ ਵੀ ਰਸਤੇ ਵਿੱਚ ਖਰਚਣੀ ਹੈ। ਲੱਤਾਂ ਮਾਰਦੇ ਘਰੋਂ ਚੱਲ ਕੇ ਵੀ ਆਏ, ਦਿਨੇ ਰਾਤ ਜਾਗੇ ਵੀ, ਸਫ਼ਰ ਵੀ ਕੀਤਾ, ਗੁਰੂ ਦੇ ਕੋਲ ਵੀ ਆਏ, ਦਰਸ਼ਨ ਵੀ ਕਰ ਲਏ। ਸਤਿਗੁਰੂ ਕਹਿੰਦੇ ਕੀਤਾ ਤੁਸੀਂ ਸਭ ਕੁਝ ਹੀ ਹੈ, ਪਰ ਅੰਦਰੋਂ ਤੁਸੀਂ ਖਾਲੀ ਔਰ ਖਾਲੀ ਚੱਲੇ ਹੋ। ਆਏ ਵੀ ਖਾਲੀ ਸੀ, ਆਉਣ ਲੱਗਿਆਂ ਤੁਹਾਡੇ ਮਨ ਵਿੱਚ ਨਾ ਭਾਵਨਾ, ਨਾ ਪ੍ਰੇਮ, ਨਾ ਭਰੋਸਾ। ਘਰੋਂ ਵੀ ਖਾਲੀ ਆਏ ਹੋ ਸਾਡੇ ਕੋਲ। ਜੇ ਘਰੋਂ ਭਰੋਸਾ ਲੈ ਕੇ ਆਉਂਦੇ, ਪ੍ਰੇਮ ਲੈ ਕੇ ਆਉਂਦੇ ਤੇ ਇੱਥੋਂ ਕੁਝ ਲੈ ਜਾਂਦੇ। ਘਰੋਂ ਵੀ ਖਾਲੀ ਆਏ, ਇੱਥੋਂ ਵੀ ਖਾਲੀ ਚੱਲੇ, ਕਿਉਂਕਿ ਭਰੋਸਾ ਤੁਹਾਡੇ ਕੋਲ ਹੈ ਨਹੀਂ ਤੇ ਪ੍ਰੇਮ ਤੁਹਾਡੇ ਮਨ ਵਿੱਚ ਨਹੀਂ। ਜਿਵੇਂ ਆਏ ਉਵੇਂ ਵਾਪਸ ਚੱਲੇ ਹੋ। ਕੀਤਾ ਸਾਰਾ ਕੁਝ ਹੀ ਹੈ, ਸਫ਼ਰ ਵੀ ਕਰ ਲਿਆ, ਖਰਚਾ ਵੀ ਕਰ ਲਿਆ, ਰਾਤ ਦਿਨੇ ਮਿਹਨਤ ਵੀ ਕਰ ਲਈ, ਪਰ ਖਾਲੀ, ਕੁਝ ਪ੍ਰਾਪਤੀ ਨਹੀਂ ਹੈ। ਸਵਈਆ ਰੋਬ ਤੇ ਰੀਝ ਪਰੈ ਗੁਰਦੇਵ, ਮਰੇ ਕੋ ਰੋਬਤ ਹੈ ਮਿਲ ਨਾਰੀ। ਸਤਿਗੁਰੂ ਕਹਿਣ ਲੱਗੇ ਜੇ ਰੋਇਆਂ ਹੀ ਰੱਬ ਮਿਲ ਜਾਵੇ। ਸਾਡੇ ਮਨ ਵਿੱਚ ਇਹ ਹੁੰਦਾ ਵੀ ਮੈਂ ਗੁਰੂ ਦੇ ਘਰ ਜਾ ਕੇ ਬਹੁਤਾ ਰੋਵਾਂਗਾ ਤੇ ਗੁਰੂ ਮੈਨੂੰ ਮਿਲ ਜਾਏਗਾ, ਰੱਬ ਮਿਲ ਜਾਏਗਾ। 10ਵੇਂ ਪਾਤਸ਼ਾਹ ਕਹਿੰਦੇ ਜਦੋਂ ਕਿਸੇ ਘਰ ਵਿੱਚ ਕੋਈ ਬੰਦਾ ਮਰ ਜਾਵੇ ਨਾ, ਤੇ ਉਹਨੂੰ ਮਿਲ ਕੇ ਬੜੀਆਂ ਜਨਾਨੀਆਂ ਰੋਂਦੀਆਂ ਨੇ, ਵੈਣ ਪਾਉਂਦੀਆਂ, ਪਿੱਟਦੀਆਂ ਵੀ ਨੇ।
ਜੇ ਰੋਇਆਂ ਹੀ ਰੱਬ ਮਿਲਦਾ ਹੋਵੇ ਤੇ ਸਾਰਿਆਂ ਤੋਂ ਪਹਿਲਾਂ ਉਹਨਾਂ ਔਰਤਾਂ ਨੂੰ ਮਿਲੇ ਜਿਹੜੀਆਂ ਮੁਰਦੇ ਨੂੰ ਰੋਂਦੀਆਂ ਪਈਆਂ ਨੇ। ਪਰ ਰੋਇਆਂ ਰੱਬ ਨਹੀਂ ਮਿਲਦਾ ਹੈ। ਰੋਇਆਂ ਮਿਲਦਾ ਹੋਵੇ, ਜਨਾਨੀ ਆਪਣੇ ਮਰੇ ਬੰਦੇ ਨੂੰ ਰੋਂਦੀ ਹੈ, ਭੈਣ ਆਪਣੇ ਭਰਾ ਨੂੰ ਰੋਂਦੀ ਹੈ, ਮਾਂ ਆਪਣੇ ਪੁੱਤਰ ਨੂੰ ਰੋਂਦੀ ਹੈ। ਜੇ ਰੋਇਆਂ ਰੱਬ ਮਿਲੇ ਤੇ ਫਿਰ ਉਹਨਾਂ ਔਰਤਾਂ ਨੂੰ ਮਿਲ ਜਾਵੇ ਜਿਹੜੀਆਂ ਔਰਤਾਂ ਆਪਣੇ ਕਿਸੇ ਸਾਕ ਸੰਬੰਧੀ ਦੇ ਮਰਨ ਕਰਕੇ ਪਿੱਟਦੀਆਂ ਨੇ, ਰੋਂਦੀਆਂ ਨੇ, ਕੀਰਨੇ ਪਾਉਂਦੀਆਂ ਨੇ। ਰੱਬ ਉਹਨਾਂ ਨੂੰ ਕਿਉਂ ਨਾ ਮਿਲ ਗਿਆ? ਇਹ ਤੇਰੇ ਮਨ ਦਾ ਭਰਮ ਹੈ ਕਿ ਰੋਇਆਂ ਰੱਬ ਮਿਲੇਗਾ। ਰੋਇਆਂ ਮਿਲਦਾ ਹੋਵੇ ਇਸ ਤਰ੍ਹਾਂ ਮਿਲ ਜਾਂਦਾ ਹੈ। ਕੀਰਤਨ ਤੇ ਜਬ ਰੀਝ ਪਰੈ ਸ਼ੁਕ, ਮੋਰ ਕਪੋਤ ਪੁਕਾਰਿ ਉਚਾਰੀ। ਸਤਿਗੁਰੂ ਕਹਿਣ ਲੱਗੇ ਜੇ ਗਾਉਣ ਦੇ ਨਾਲ ਰੱਬ ਮਿਲੇ, ਤੁਹਾਡੇ ਮਨ ਵਿੱਚ ਇਹ ਆ ਵੀ ਚੰਗਾ ਗਾਵਾਂਗੇ, ਉੱਚੀ ਉੱਚੀ ਸ਼ਬਦ ਪੜਾਂਗੇ ਤੇ ਰੱਬ ਮਿਲ ਜਾਏਗਾ। ਸਤਿਗੁਰੂ ਕਹਿੰਦੇ ਜੇ ਗਾਇਆ ਰੱਬ ਮਿਲਦਾ ਹੋਵੇ ਤੇ ਤੋਤਾ ਵੀ ਬੜਾ ਸੋਹਣਾ ਗਾਉਂਦਾ ਹੈ, ਤੋਤੇ ਦੀ ਆਵਾਜ਼ ਬੜੀ ਮਿੱਠੀ ਹੈ। ਜੇ ਗਾਇਆ ਰੱਬ ਮਿਲੇ ਤੇ ਮੋਰ ਵੀ ਬੜਾ ਸੋਹਣਾ ਗਾਉਂਦਾ ਹੈ, ਬੜੀ ਸੋਹਣੀ ਮੋਰ ਦੀ ਆਵਾਜ਼ ਹੈ। ਜੇ ਗਾਇਆ ਰੱਬ ਮਿਲੇ ਤੇ ਕਬੂਤਰ ਵੀ ਬੜਾ ਸੋਹਣਾ ਬੋਲਦਾ, ਗੁੜਕੂ ਗੁੜਕੂ ਕਰਦਾ ਰਹਿੰਦਾ। ਜੇ ਗਾਇਆ ਰੱਬ ਮਿਲੇ ਤੇ ਕੋਇਲ ਵੀ ਬੜਾ ਸੋਹਣਾ ਬੋਲਦੀ ਹੈ। ਇਹ ਮਨ ਦਾ ਭੁਲੇਖਾ ਕੱਢ ਦਿਓ ਕਿ ਮੇਰੀ ਆਵਾਜ਼ ਬੜੀ ਮਿੱਠੀ ਹੈ, ਮੈਂ ਬੜਾ ਸੋਹਣਾ ਗਾ ਲੈਂਦਾ ਹਾਂ। ਮਹਾਰਾਜ ਕਹਿਣ ਲੱਗੇ ਭਾਈ ਪਿਆਰਿਆ, ਗਾਉਣ ਕਰਕੇ ਰੱਬ ਨਹੀਂ ਮਿਲਦਾ। ਮਿਲਦਾ ਹੋਵੇ ਤੇ ਤੋਤਿਆਂ ਨੂੰ, ਮੋਰਾਂ ਨੂੰ, ਕਬੂਤਰਾਂ ਨੂੰ, ਕੋਇਲਾਂ ਨੂੰ ਪਹਿਲਾਂ ਮਿਲ ਜਾਂਦਾ, ਪਰ ਨਹੀਂ ਮਿਲਿਆ ਕਿਉਂਕਿ ਗਾਉਂਦੇ ਜ਼ਰੂਰ ਪਏ ਨੇ, ਅੰਦਰ ਉਹਨਾਂ ਦੇ ਪਿਆਰ ਨਹੀਂ ਹੈ, ਨਾ ਉਹਨਾਂ ਦੇ ਅੰਦਰ ਭਰੋਸਾ ਹੈ। ਪਿਆਰ ਤੇ ਭਰੋਸੇ ਬਿਨਾਂ ਮਿਲਦਾ ਨਹੀਂ ਹੈ। ਮੱਜਤ ਦਾਦਰ ਮੌਨ ਮਹੀਰੋ, ਬਾਨਰ ਕਾਨਨ ਫੂਲ ਫੁਲਾਰੀ। ਸਤਿਗੁਰੂ ਕਹਿਣ ਲੱਗੇ ਵੀ ਜੇ ਇਸ਼ਨਾਨ ਕੀਤਿਆਂ ਰੱਬ ਮਿਲੇ, ਸਾਡੇ ਮਨ ਵਿੱਚ ਹੁੰਦਾ ਵੀ ਗੰਗਾ ਦਾ ਇਸ਼ਨਾਨ ਕਰੀਏ, ਗੋਦਾਵਰੀ ਦਾ ਕਰੀਏ, ਕਿਸੇ ਟੋਭੇ ਦਾ ਕਰ ਆਈਏ। ਤੇ ਪਖੰਡੀਆਂ ਨੇ ਬੜੇ ਬੜੇ ਪਖੰਡ ਕੀਤੇ, ਫਲਾਣੀ ਥਾਂ ਤੇ ਨਲਕਾ ਆਪੇ ਹੀ ਚੱਲਦਾ ਤੇ ਪਾਣੀ ਆਪੇ ਹੀ ਨਿਕਲਦਾ, ਉਹ ਪੀ ਲਈਏ ਤੇ ਬਿਮਾਰੀਆਂ ਦੂਰ ਹੁੰਦੀਆਂ। ਤੇ ਸਾਡੇ ਲੋਕ ਬਾਲਟੀਆਂ ਫੜ ਕੇ ਲਾਈਨ ਲਾ ਲੈਂਦੇ ਉਸ ਨਲਕੇ ਦੇ ਕੋਲ ਵੀ ਇਹਦੇ ਪਾਣੀ ਨਾਲ ਹੁਣ ਠੀਕ ਹੋ ਜਾਵਾਂਗੇ। ਕੋਈ ਆਖਦਾ ਇਸ ਪਾਣੀ ਨਾਲ ਬਿਮਾਰੀਆਂ ਕੱਟੀਆਂ ਜਾਂਦੀਆਂ। ਮਹਾਰਾਜ ਕਹਿੰਦੇ ਨਹਾਤਿਆਂ ਰੱਬ ਮਿਲਦਾ ਹੋਵੇ ਤੇ ਸਾਰਿਆਂ ਤੋਂ ਪਹਿਲਾਂ ਡੱਡੂ ਨੂੰ ਮਿਲ ਜਾਵੇ, ਕਿਉਂਕਿ ਡੱਡੂ ਤੇ ਪਾਣੀ ਦੇ ਵਿੱਚ ਹੀ ਰਹਿੰਦਾ, ਮੱਛੀ ਵੀ ਵਿੱਚ ਹੀ ਰਹਿੰਦੀ ਹੈ। ਪਰ ਨਹਾਤਿਆਂ ਰੱਬ ਨਹੀਂ ਮਿਲਦਾ। ਉਹਨਾਂ ਚਿਰ ਨਹੀਂ ਮਿਲਦਾ ਜਿੰਨਾ ਚਿਰ ਤੇਰੇ ਮਨ ਵਿੱਚ ਪ੍ਰਤੀਤ ਨਹੀਂ ਹੈ, ਜਿੰਨਾ ਚਿਰ ਤੇਰੇ ਮਨ ਵਿੱਚ ਭਰੋਸਾ ਨਹੀਂ ਹੈ, ਜਿੰਨਾ ਚਿਰ ਤੇਰੇ ਮਨ ਵਿੱਚ ਪ੍ਰੇਮ ਨਹੀਂ ਹੈ। ਕੱਲੀਆਂ ਟੁੱਬੀਆਂ ਮਾਰਨ ਦੇ ਨਾਲ ਜੇ ਉਹ ਦੁਆਦਸ ਸਿਲਾ ਪੁਜਾਵੇ, ਮਹਾਰਾਜ ਕਹਿਣ ਲੱਗੇ ਭਾਵੇਂ ਪੱਥਰ ਧੋਲਾ ਤੇ ਭਾਵੇਂ ਆਪ ਇਸ਼ਨਾਨ ਕਰ ਲਾ। ਦੋਏ ਧੋਤੀ ਬਸਤਰ ਕਪਾਟੰ, ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਦੰਗ, ਮੁਖ ਝੂਠਬ ਭੂਖਣ ਸਾਰੰਗ, ਤ੍ਰੈਪਾਲ ਤੇ ਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ। ਬਚਨ ਲਿਖੇ ਨਾ ਗੁਰੂ ਨਾਨਕ ਦੇਵ ਮਹਾਰਾਜ ਨੇ, ਕਹਿੰਦੇ ਇਸ਼ਨਾਨ ਕੀਤਿਆਂ ਰੱਬ ਮਿਲਦਾ ਹੋਵੇ ਤੇ ਡੱਡੂ ਨੂੰ ਕਿਉਂ ਨਾ ਮਿਲਿਆ? ਡੱਡੂ ਨੂੰ ਤਾਂ ਨਹੀਂ ਮਿਲਿਆ ਕਿਉਂਕਿ ਡੱਡੂ ਦੇ ਮਨ ਵਿੱਚ ਨਾ ਪ੍ਰੇਮ ਹੈ ਤੇ ਨਾ ਭਰੋਸਾ ਹੈ। ਦੂਜਾ ਬਚਨ ਕਰਦੇ ਵੀ ਜੇ ਚੁੱਪ ਰਿਹਾ ਰੱਬ ਮਿਲੇ। ਕਈਆਂ ਦਾ ਮਨ ਹੁੰਦਾ ਵੀ ਮੈਂ ਚੁੱਪ ਰਵਾਂਗਾ, ਜਿਹਨੂੰ ਆਪਾਂ ਕਹਿ ਦਿੰਦੇ ਫਲਾਣਾ ਤੇ ਮੋਨੀ ਹੈ। ਅਸੀਂ ਇਹ ਵੇਖਦੇ ਹਾਂ ਵੀ ਇਹ ਚੁੱਪ ਹੈ ਤੇ ਅਸੀਂ ਬੜੇ ਉਹਦੇ ਗੋਡੇ ਘੁੱਟਦੇ, ਪੈਰ ਘੁੱਟਦੇ ਵੀ ਇਹ ਤੇ ਮੋਨੀ ਹੈ, ਮੋਨੀ ਨੂੰ ਰੱਬ ਮਿਲ ਗਿਆ ਹੋਵੇਗਾ। ਮਹਾਰਾਜ ਕਹਿੰਦੇ ਜੇ ਮੋਨੀਆਂ ਨੂੰ ਰੱਬ ਮਿਲੇ ਤੇ ਰੁੱਖ ਕਿਹੜਾ ਬੋਲਦਾ? ਰੁੱਖ ਵੀ ਤੇ ਮੋਨੀ ਹੈ ਨਾ। ਤੁਸੀਂ ਰੁੱਖ ਨੂੰ ਪਾਣੀ ਪਾ ਦਿਓ, ਡੰਡਾ ਮਾਰ ਦਿਓ, ਕੁਹਾੜੀ ਨਾਲ ਵੱਢ ਦਿਓ, ਆਰੇ ਨਾਲ ਕੱਟ ਦਿਓ, ਰੁੱਖ ਚੀਕਾਂ ਤੇ ਨਹੀਂ ਨਾ ਮਾਰਦਾ, ਰੁੱਖ ਬੋਲਦਾ ਤੇ ਨਹੀਂ ਨਾ। ਹਨੇਰੀ ਆ ਗਈ ਹੈ, ਮੀਂਹ ਪੈਣ ਲੱਗ ਪਿਆ, ਰੁੱਖ ਚੁੱਪ ਦਾ ਚੁੱਪ ਹੈ। ਕਹਿਣ ਲੱਗੇ ਚੁੱਪ ਕੀਤਿਆਂ ਰੱਬ ਮਿਲੇ ਤੇ ਸਾਰਿਆਂ ਤੋਂ ਪਹਿਲਾਂ ਤੇ ਰੁੱਖ ਨੂੰ ਮਿਲਣਾ ਚਾਹੀਦਾ, ਕਿਉਂਕਿ ਰੁੱਖ ਚੁੱਪ ਰਹਿੰਦਾ ਹੈ। ਪਰ ਚੁੱਪ ਕੀਤਿਆਂ ਵੀ ਰੱਬ ਨਹੀਂ ਜੇ ਮਿਲਦਾ, ਹੈ ਮਨ ਦਾ ਭੁਲੇਖਾ। ਦਸਵੇਂ ਪਾਤਸ਼ਾਹ ਕਹਿੰਦੇ ਕੱਢ ਦਿਓ ਮਨ ਦੇ ਵਿੱਚੋਂ ਇਸ ਭੁਲੇਖੇ ਨੂੰ, ਪ੍ਰੇਮ ਬਿਨਾਂ ਤੇ ਮਿਲਦਾ ਹੀ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਜੰਗਲ ਵਿੱਚ ਰਿਹਾ ਰੱਬ ਮਿਲੇ। ਕਈਆਂ ਦਾ ਮਨ ਹੁੰਦਾ ਵੀ ਮੈਂ ਜੰਗਲ ਵਿੱਚ ਜਾ ਕੇ ਉੱਥੇ ਪੱਤੇ ਖਾਵਾਂਗਾ, ਜੰਗਲ ਵਿੱਚ ਉਹ ਫਲ ਵਗੈਰਾ ਖਾਵਾਂਗਾ, ਜੰਗਲ ਵਿੱਚ ਰਹਿ ਕੇ ਰੱਬ ਮਿਲੇਗਾ। ਮਹਾਰਾਜ ਕਹਿਣ ਲੱਗੇ ਬਾਂਦਰ ਤੇ ਜਿਹੜੇ ਲੰਗੂਰ ਨੇ ਉਹ ਜੰਗਲ ਵਿੱਚ ਹੀ ਰਹਿੰਦੇ, ਹਰ ਵੇਲੇ ਰੁੱਖਾਂ ਦੇ ਉੱਪਰ ਲਟਕਦੇ ਰਹਿੰਦੇ, ਟਪੂਸੀਆਂ ਮਾਰਦੇ, ਰੁੱਖਾਂ ਦੇ ਪੱਤੇ ਖਾ ਕੇ, ਫਲ ਖਾ ਕੇ ਆਪਣਾ ਗੁਜ਼ਾਰਾ ਕਰਦੇ।
ਸਾਡੇ ਵਿੱਚੋਂ ਕੁਝ ਉਹ ਲੋਕ ਨੇ ਜਿਹੜੇ ਜੰਗਲਾਂ ਵਿੱਚ ਜਾ ਕੇ ਬੈਠ ਗਏ ਵੀ ਇੱਥੇ ਰੱਬ ਮਿਲੇਗਾ। ਹਿੰਦੁਸਤਾਨ ਦੇ ਕਈ ਮਤ ਨੇ ਤੇ ਕਈਆਂ ਮਤਾਂ ਵਿੱਚ ਇਹ ਪ੍ਰਚਾਰਿਆ ਜਾਂਦਾ ਵੀ ਜੰਗਲ ਵਿੱਚ ਰੱਬ ਮਿਲਦਾ। ਮਹਾਰਾਜ ਕਹਿਣ ਲੱਗੇ ਜੰਗਲ ਜੰਗਲ ਕਿਆ ਭਵੇ, ਵਨ ਕੰਡਾ ਮੋੜੇ। ਕੰਡੇ ਪੈਰਾਂ ਵਿੱਚ ਮਰਵਾ ਕੇ ਛਾਲੇ ਕਰਵਾ ਲਏ, ਕੰਡੇ ਵੀ ਮੁੜ ਗਏ ਪੈਰਾਂ ਵਿੱਚ ਵੱਜ ਵੱਜ ਕੇ। ਪੈਰ ਇੰਨੇ ਸਖਤ ਹੋ ਗਏ, ਨੰਗੇ ਪੈਰੀ ਜੰਗਲਾਂ ਵਿੱਚ ਚੱਲਦਾ ਪਿਆ। ਜੰਗਲ ਵਿੱਚ ਰਿਹਾ ਰੱਬ ਮਿਲੇ ਤੇ ਸਾਰਿਆਂ ਤੋਂ ਪਹਿਲਾਂ ਬਾਂਦਰ ਨੂੰ ਮਿਲ ਪਵੇ। ਬਾਂਦਰ ਦਾ ਤੇ ਜੀਵਨ ਹੀ ਜੰਗਲ ਵਿੱਚ ਨਿਕਲ ਜਾਂਦਾ। ਲੂੰਬੜ ਵੀ ਤੇ ਜੰਗਲ ਵਿੱਚ ਹੀ ਰਹਿੰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਖਾਂਦੇ ਨੇ ਕਈ ਤਰ੍ਹਾਂ ਦੇ ਫੁੱਲ ਅਤੇ ਫਲ, ਫੁੱਲ ਫਲ ਖਾ ਕੇ ਰੱਬ ਮਿਲੇ ਤੇ ਇਹਨਾਂ ਨੂੰ ਕਿਉਂ ਨਹੀਂ ਮਿਲਦਾ। ਹਿੰਦੁਸਤਾਨ ਦੀ ਧਰਤੀ ਤੇ ਕੁਝ ਲੋਕ ਨੰਗੇ ਰਹਿੰਦੇ ਨੇ, ਨਾਂਗੇ ਸਾਧੂ ਆਖਿਆ ਜਾਂਦਾ, ਕੱਪੜਾ ਨਹੀਂ ਪਾਉਂਦੇ ਤੇ ਲੋਕ ਉਹਨਾਂ ਨੂੰ ਪੂਜਦੇ ਨੇ ਵੀ ਇਹ ਨਾਗਾ ਸਾਧੂ ਹੈ। ਮਹਾਰਾਜ ਕਹਿੰਦੇ ਨੰਗੇ ਰਿਆਂ ਰੱਬ ਮਿਲਦਾ ਹੋਵੇ, ਨਗਨ ਫਿਰਤ ਜੋ ਪਾਈਐ ਜੋਗ, ਬਨਕਾ ਮਿਰਗ ਮੁਕਤ ਸਭ ਹੋਗ। ਜੰਗਲਾਂ ਦੇ ਜਿੰਨੇ ਜਾਨਵਰ ਨੇ ਸਾਰੇ ਹੀ ਨੰਗੇ ਰਹਿੰਦੇ। ਜੰਗਲ ਦਾ ਕੋਈ ਜਾਨਵਰ ਕੱਛਾ ਨਹੀਂ ਪਾਉਂਦਾ, ਕੋਈ ਝੱਗਾ ਨਹੀਂ ਪਾਉਂਦਾ, ਬਿਲਕੁਲ ਨੰਗੇ ਨੇ ਨਾ। ਪਰ ਨੰਗੇ ਰਿਆਂ ਜੇ ਰੱਬ ਮਿਲੇ ਤੇ ਜਾਨਵਰਾਂ ਨੂੰ ਕਿਉਂ ਨਹੀਂ ਮਿਲਿਆ। ਮਹਾਰਾਜ ਕਹਿਣ ਲੱਗੇ ਮਨ ਦਾ ਭਰਮ ਹੈ, ਨੰਗੇ ਰਹਿ ਕੇ ਵੀ ਰੱਬ ਕਿਸੇ ਨੂੰ ਮਿਲਿਆ ਨਹੀਂ ਹੈ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ ਸਿੱਖ, ਪੰਡਤ ਗਾਇਕ ਜਾਹੇ ਸੁਹਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਤੇਰੇ ਮਨ ਵਿੱਚ ਪ੍ਰੀਤ ਨਹੀਂ ਹੈ, ਗੁਰੂ ਦੇ ਪ੍ਰਤੀ ਪ੍ਰੇਮ ਨਹੀਂ ਹੈ, ਜਿੰਨਾ ਚਿਰ ਤੇਰੇ ਮਨ ਵਿੱਚ ਗੁਰੂ ਦੇ ਪ੍ਰਤੀ ਭਰੋਸਾ ਨਹੀਂ ਹੈ, ਭਾਵੇਂ ਤੂੰ ਸਿੱਖ ਹੈ, ਭਾਵੇਂ ਤੂੰ ਵਿਦਵਾਨ ਹੈ, ਭਾਵੇਂ ਤੂੰ ਪੰਡਤ ਹੈ, ਭਾਵੇਂ ਤੂੰ ਗਾਇਕ ਹੈ, ਗਾਉਣ ਵਾਲਾ ਹੈ, ਜਿੰਨਾ ਚਿਰ ਤੇਰੇ ਮਨ ਵਿੱਚ ਭਰੋਸਾ ਨਹੀਂ ਤੇ ਪ੍ਰੇਮ ਨਹੀਂ, ਉਹਨਾਂ ਚਿਰ ਨਹੀਂ ਮਿਲੇਗਾ ਰੱਬ, ਜਿੰਨਾ ਮਰਜ਼ੀ ਯਤਨ ਕਰ ਲਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਹ ਥਾਵਾਂ ਥਾਵਾਂ ਤੇ ਬਚਨ ਕੀਤੇ ਨੇ। ਕਹਿਣ ਲੱਗੇ ਤਾਪ ਕੇ ਸਹਿਤ ਜੋ ਪਾਈਐ ਅਤਾਪ ਨਾਥ। ਜੇ ਕੋਈ ਬੰਦਾ ਆਖੇ ਨਾ ਵੀ ਗਰਮੀ ਸਿਰ ਤੇ ਲੈ ਕੇ ਸਰੀਰ ਤੇ ਲੈ ਕੇ ਮੈਂ ਰੱਬ ਪਾ ਲਵਾਂਗਾ, ਕੁਝ ਲੋਕ ਧੂਣੀਆਂ ਤਾਲ ਕੇ ਬੈਠ ਜਾਂਦੇ। ਤੇ ਤਾਪਨਾ ਅਨੇਕ ਧਨ ਘਾਇਲ ਸਹਿਤ ਹੈ। ਪਤਾ ਨਹੀਂ ਕਿੰਨੇ ਕੁ ਲੋਕ ਤਪਨਾ ਕਰਦੇ ਪਏ, ਆਪਣੇ ਆਪ ਨੂੰ ਤਪਾਉਂਦੇ ਪਏ, ਅੱਗ ਬਾਲ ਬਾਲ ਕੇ ਬੈਠੇ ਹੋਏ, ਉਹਨੂੰ ਕਹਿੰਦੇ ਤਪੱਸਿਆ ਕੀਤੀ ਹੈ। ਮਹਾਰਾਜ ਕਹਿੰਦੇ ਫਿਰ ਰੱਬ ਉਹਨਾਂ ਨੂੰ ਕਿਉਂ ਨਾ ਮਿਲਿਆ। ਮਿਲ ਜਾਂਦਾ, ਨਹੀਂ ਮਿਲਦਾ ਇਸ ਤਰ੍ਹਾਂ ਕਰਨ ਦੇ ਨਾਲ। ਨਭ ਕੇ ਉੱਡੇ ਤੇ ਜੋ ਪਾਈਐ ਨਰਾਇਣ। ਜੇ ਆਕਾਸ਼ ਵਿੱਚ ਉੱਡਿਆ ਰੱਬ ਮਿਲਦਾ ਹੋਵੇ ਤੇ ਮਹਾਰਾਜ ਕਹਿਣ ਲੱਗੇ ਅਨਲ ਆਕਾਸ਼ ਪੰਛੀ ਡੋਲਬੋ ਕਰਤ ਹੈ। ਇੱਕ ਅਨਲ ਨਾਮ ਦਾ ਪੰਛੀ ਹੈ। ਵਿਦਵਾਨ ਕਹਿੰਦੇ ਨੇ ਵੀ ਜਦੋਂ ਉਹ ਜੰਮਦਾ, ਜੰਮ ਤੋਂ ਲੈ ਕੇ ਮਰਨ ਤੱਕ ਉਹ ਪੰਛੀ ਕਦੇ ਧਰਤੀ ਤੇ ਨਹੀਂ ਆਉਂਦਾ। ਉਹਦੀ ਖੁਰਾਕ ਵੀ ਆਕਾਸ਼ ਦੇ ਵਿੱਚ ਹੀ ਹੈ, ਜੰਮਦਾ ਵੀ ਆਕਾਸ਼ ਦੇ ਵਿੱਚ ਹੀ ਹੈ, ਉੱਡਦਾ ਵੀ ਆਕਾਸ਼ ਦੇ ਵਿੱਚ ਹੀ ਹੈ ਤੇ ਸਾਰੀ ਜ਼ਿੰਦਗੀ ਉੱਡਦਾ ਰਹਿੰਦਾ। ਇੱਕ ਦਿਨ ਸਮਾਂ ਆਉਂਦਾ ਉਹ ਮਰ ਜਾਂਦਾ, ਧਰਤੀ ਤੇ ਨਹੀਂ ਆਉਂਦਾ। ਜੇ ਉੱਡਿਆ ਰੱਬ ਮਿਲਦਾ ਹੋਵੇ ਤੇ ਉਸ ਅਨਲ ਨਾਮ ਦੇ ਪੰਛੀ ਨੂੰ ਰੱਬ ਪਹਿਲਾਂ ਮਿਲ ਜਾਂਦਾ। ਨਹੀਂ ਮਿਲਦਾ ਹੈ, ਇਹ ਤੇਰੇ ਮਨ ਦਾ ਭਰਮ ਹੈ। ਸਤਿਗੁਰੂ ਕਹਿਣ ਲੱਗੇ ਜਾਪ ਕੀਏ ਤੇ ਜੋ ਪਾਈਐ ਅਜਾਪ ਦੇਵ। ਕੁਝ ਬੰਦੇ ਆਖਦੇ ਵੀ ਬੋਲਿਆ ਰੱਬ ਮਿਲ ਜਾਂਦਾ ਹੈ, ਬੋਲੀ ਜਾਈਏ ਬੋਲੀ ਜਾਈਏ ਬੋਲੀ ਜਾਈਏ ਰੱਬ ਮਿਲੇਗਾ। ਦਸਵੇਂ ਪਾਤਸ਼ਾਹ ਕਹਿਣ ਲੱਗੇ ਬੋਲਿਆ ਰੱਬ ਮਿਲਦਾ ਹੋਵੇ, ਪੂਦਨਾ ਸਦੀਵ ਤੂੰ ਹੀ ਉਚਰਤ ਹੈ। ਇੱਕ ਪੂਦਨਾ ਨਾਮ ਦਾ ਪੰਛੀ ਹੈ, ਨਿੱਕਾ ਜਿਹਾ ਪੰਛੀ ਦਾ ਨਾਮ ਹੀ ਪੂਦਨਾ ਹੈ। ਉਹਦੀ ਬੋਲੀ ਪਤਾ ਕੀ ਹੈ? ਉਹਦੀ ਬੋਲੀ ਹੈ ਤੂੰ ਹੀ ਇੱਦਾਂ ਬੋਲਦਾ, ਜਿਵੇਂ ਕਾਂ 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 ਕਰਦਾ ਨਾ, ਇਸੇ ਤਰ੍ਹਾਂ ਪੂਦਨਾ ਨਾਮ ਦਾ ਪੰਛੀ ਤੂੰ ਕਰਦਾ ਹੈ। ਮਹਾਰਾਜ ਕਹਿਣ ਲੱਗੇ ਜੇ ਬੋਲਿਆ ਤੂੰ ਕੀਤਿਆਂ ਰੱਬ ਮਿਲੇ ਤੇ ਸਾਰਿਆਂ ਤੋਂ ਪਹਿਲਾਂ ਫਿਰ ਉਸ ਪੰਛੀ ਨੂੰ ਮਿਲਣਾ ਚਾਹੀਦਾ ਹੈ ਜਿਹੜਾ ਤੂੰ ਤੋਂ ਬਿਨਾਂ ਕੁਝ ਕਹਿੰਦਾ ਹੀ ਨਹੀਂ ਹੈ। ਪਰ ਮਿਲਿਆ ਨਹੀਂ, ਤਾਂ ਨਹੀਂ ਮਿਲਿਆ ਕਿਉਂਕਿ ਮਨ ਵਿੱਚ ਪ੍ਰੇਮ ਨਹੀਂ ਹੈ। ਪ੍ਰੇਮ ਤੋਂ ਬਿਨਾਂ ਕਹਿਣ ਵਾਲੇ ਤੇ ਬੜੇ ਨੇ, ਪਰ ਉਹ ਕਹਿਣ ਵਾਲੇ ਜਿਹੜੇ ਨੇ ਉਹ ਪ੍ਰਾਪਤ ਨਹੀਂ ਕਰ ਸਕਦੇ। ਕੁਝ ਲੋਕ ਆਖਦੇ ਜੇ ਅੱਗ ਵਿੱਚ ਆਪਣੇ ਆਪ ਨੂੰ ਸਾੜ ਲਈਏ, ਬਲਦੀ ਚਿਖਾ ਵਿੱਚ ਛਾਲ ਮਾਰ ਦਈਏ, ਲੱਕੜਾਂ ਦਾ ਢੇਰ ਲਾ ਕੇ ਅੱਗ ਲਾ ਕੇ ਉਹਦੇ ਉੱਪਰ ਚੜ੍ਹ ਜਾਈਏ ਤੇ ਰੱਬ ਮਿਲ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਤੇਰੇ ਮਨ ਦਾ ਇਹ ਵੀ ਭਰਮ ਹੈ। ਆਗ ਮੈਂ ਜਰੇ ਤੇ ਗਤ ਰਾਂਡ ਕੀ ਪਰਤ ਕਰ। ਅੱਗ ਵਿੱਚ ਸੜਿਆ ਰੱਬ ਮਿਲਦਾ ਹੋਵੇ ਨਾ ਤੇ ਸਾਡੇ ਹਿੰਦੁਸਤਾਨ ਦੀ ਧਰਤੀ ਤੇ ਪਹਿਲਾਂ ਅੱਜ ਤੋਂ ਕੁਝ 100 ਸਾਲ ਪਹਿਲਾਂ
ਜਦੋਂ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਨਾ, ਮਰ ਜਾਂਦਾ ਸੀ, ਤੇ ਜਦੋਂ ਉਸ ਬੀਬੀ ਦੇ ਪਤੀ ਨੂੰ ਚਿਖਾ ਤੇ ਲਟਾਇਆ ਜਾਂਦਾ ਸੀ, ਚਿਖਾ ਨੂੰ ਅੱਗ ਲਾਉਣ ਤੋਂ ਪਹਿਲਾਂ ਉਹਦੀ ਘਰਵਾਲੀ ਨੂੰ ਜਿਉਂਦੀ ਨੂੰ ਉਹਦੇ ਉੱਪਰ ਬਿਠਾਇਆ ਜਾਂਦਾ ਸੀ ਵੀ ਤੇਰਾ ਪਤੀ ਮਰ ਗਿਆ, ਹੁਣ ਤੇਰਾ ਵੀ ਇੱਥੇ ਕੋਈ ਕੰਮ ਨਹੀਂ ਹੈ, ਤੂੰ ਉਹਦੇ ਨਾਲ ਹੀ ਸੜ ਜਾ। ਹੁਣ ਪਤੀ ਤੇ ਤਾਂ ਸੜਿਆ ਵੀ ਉਹ ਮਰ ਗਿਆ ਹੈ, ਜਨਾਨੀ ਤਾਂ ਸਾੜ ਦਿੱਤੀ, ਜਿਉਂਦੀ ਨੂੰ ਸਾੜ ਦਿੱਤਾ ਵੀ ਤੇਰਾ ਪਤੀ ਮਰ ਗਿਆ, ਹੁਣ ਤੂੰ ਕੀ ਕਰਨਾ ਹੈ। ਮਹਾਰਾਜ ਕਹਿਣ ਲੱਗੇ ਅੱਗ ਵਿੱਚ ਸੜਿਆ ਰੱਬ ਮਿਲਦਾ ਹੋਵੇ ਤੇ ਪਤਾ ਨਹੀਂ ਹਿੰਦੁਸਤਾਨ ਦੀ ਧਰਤੀ ਤੇ ਕਿੰਨੀਆਂ ਕੁ ਸਤੀਆਂ ਸੜ ਗਈਆਂ, ਅੱਜ ਵੀ ਸੜਦੀਆਂ ਪਈਆਂ। ਕੁਝ ਲੋਭੀ ਲੋਕ, ਕੋਈ ਦਾਜ ਦੇ ਲੋਭ ਵਾਲੇ ਲੋਕ ਵੀ ਸਾੜਦੇ ਪਏ, ਔਰ ਪਹਿਲੇ ਸਮੇਂ ਵਿੱਚ ਤੇ ਸੱਚਮੁੱਚ ਇਸੇ ਤਰ੍ਹਾਂ ਹੀ ਸੜ ਗਈਆਂ। ਮਰਨੇ ਤੇ ਕਿਆ ਡਰਪਨਾ ਜੋ ਹਾਥ ਸੰਧੌਰਾ ਲਈ, ਭਗਤ ਕਬੀਰ ਸਾਹਿਬ ਜੀਆਂ ਦੇ ਬਚਨ। ਮਹਾਰਾਜ ਕਹਿਣ ਲੱਗੇ ਬੰਦਿਆ ਤੇਰੇ ਮਨ ਦੇ ਭਰਮ ਨੇ ਵੀ ਆਪਣੇ ਆਪ ਨੂੰ ਸਾੜ ਲਵਾਂ ਰੱਬ ਮਿਲੇਗਾ, ਆਪਣੇ ਆਪ ਨੂੰ ਸਾੜਿਆਂ ਰੱਬ ਮਿਲੇ, ਤੇ ਉਹਨਾਂ ਜਨਾਨੀਆਂ ਨੂੰ ਕਿਉਂ ਨਾ ਮਿਲਿਆ ਜਿਹੜੀਆਂ ਪਤੀ ਨਾਲ ਸੜ ਗਈਆਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੁਝ ਲੋਕਾਂ ਦਾ ਮਤ ਇਹ ਹੁੰਦਾ ਹੈ ਧਰਤੀ ਵਿੱਚ ਟੋਇਆ ਕੱਢ ਕੇ ਭੂਰਾ ਬਣਾ ਕੇ ਉਹਦੇ ਵਿੱਚ ਬੈਠ ਜਾਈਏ, ਧਰਤੀ ਵਿੱਚ ਬੈਠਾਂਗੇ ਭੂਰੇ ਦੇ ਵਿੱਚ ਤੇ ਰੱਬ ਮਿਲੇਗਾ। ਦਸਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਧਰਤੀ ਵਿੱਚ ਬੈਠਿਆਂ ਰੱਬ ਮਿਲਦਾ ਹੋਵੇ, ਪਤਾਲ ਕੇ ਬਾਸੀ ਕਿਉਂ ਭੁਜੰਗ ਨਾ ਤਰਤ ਹੈ। ਖੁੱਡ ਦੇ ਵਿੱਚ ਤੇ ਸੱਪ ਵੀ ਬੈਠਾ ਰਹਿੰਦਾ, ਤੇ ਖੁੱਡ ਵੀ ਤੇ ਮਿੱਟੀ ਵਿੱਚ ਧਰਤੀ ਵਿੱਚ ਹੀ ਹੈ ਨਾ, ਤੇ ਖੁੱਡ ਦੇ ਵਿੱਚ ਚੂਹਾ ਵੀ ਬੈਠਾ ਰਹਿੰਦਾ, ਸੱਪ ਵੀ ਖੁੱਡ ਦੇ ਵਿੱਚ ਕਿੰਨਾ ਕਿੰਨਾ ਸਮਾਂ ਬਹਿ ਜਾਂਦਾ ਹੈ। ਜੇ ਭੋਰਿਆਂ ਵਿੱਚ ਬਹਿ ਕੇ ਰੱਬ ਮਿਲਦਾ ਹੋਵੇ, ਧਰਤੀ ਵਿੱਚ ਟੋਇਆਂ ਪੱਟ ਕੇ ਰੱਬ ਮਿਲਦਾ ਹੋਵੇ, ਤੇ ਸੱਪ ਨੂੰ ਕਿਉਂ ਨਾ ਮਿਲਿਆ ਭਾਈ ਉਹ ਰੱਬ ਜਾ ਕੇ, ਤੇ ਚੂਹੇ ਨੂੰ ਕਿਉਂ ਨਾ ਮਿਲਿਆ। ਮਿਲਿਆ ਤਾਂ ਨਹੀਂ ਹੈ ਕਿਉਂਕਿ ਉਹਨਾਂ ਦੇ ਅੰਦਰ ਪ੍ਰੀਤ ਨਹੀਂ ਹੈ, ਪ੍ਰੀਤ ਤੋਂ ਬਿਨਾ ਉਹ ਪਰਮਾਤਮਾ ਮਿਲਦਾ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਐਸੇ ਗਿਆਨ ਵਾਲੇ ਬਚਨ ਜਿਹੜੇ ਨੇ ਉਹ ਸਾਨੂੰ ਤਾਂ ਬਖਸ਼ੇ ਨੇ ਕਿ ਸਾਨੂੰ ਸਮਝ ਆ ਸਕੇ, ਸਾਨੂੰ ਇਹ ਪਤਾ ਲੱਗ ਜਾਵੇ ਕਿ ਪ੍ਰੇਮ ਤੋਂ ਬਿਨਾ, ਭਾਵਨਾ ਤੋਂ ਬਿਨਾ, ਭਰੋਸੇ ਤੋਂ ਬਿਨਾ ਪਰਮਾਤਮਾ ਪ੍ਰਾਪਤ ਨਹੀਂ ਹੈ। ਦਸਵੇਂ ਪਾਤਸ਼ਾਹ ਨੇ ਹੋਰ ਵੀ ਬਚਨ ਲਿਖੇ। ਕੁਝ ਲੋਕ ਆਖਦੇ ਨੱਚਿਆਂ ਰੱਬ ਮਿਲ ਜਾਂਦਾ, ਨੱਚ ਲਈਏ, ਗਿੱਧਾ ਪਾ ਲਈਏ, ਭੰਗੜਾ ਪਾ ਲਈਏ, ਡਾਂਸ ਕਰ ਲਈਏ, ਨਿਰਤਕਾਰੀ ਕਰ ਲਈਏ, ਰੱਬ ਮਿਲਦਾ ਹੈ। ਦਸਵੇਂ ਪਾਤਸ਼ਾਹ ਕਹਿਣ ਲੱਗੇ ਨਾਚਿਓ ਹੀ ਕਰਤ ਮੋਰ, ਤੇ ਮੋਰ ਤੇ ਬੜਾ ਨੱਚਦਾ, ਜਦੋਂ ਬੱਦਲ ਆ ਜਾਂਦੇ ਪੈਲ ਪਾਉਂਦਾ ਨਾ, ਆਪਾਂ ਦੇਖਦੇ ਬੱਦਲਾਂ ਨੂੰ ਵੇਖ ਕੇ ਮੋਰ ਖੁਸ਼ ਹੋ ਗਿਆ ਤੇ ਉਹ ਨੱਚਣ ਲੱਗ ਪਿਆ। ਨੱਚਿਆ ਰੱਬ ਮਿਲੇ ਤੇ ਮੋਰ ਨੂੰ ਕਿਉਂ ਨਾ ਮਿਲਿਆ ਭਾਈ, ਮੋਰ ਤੇ ਉਸ ਤਰ੍ਹਾਂ ਹੀ ਰਹਿ ਗਿਆ। ਦਾਦਰ ਕਰਤ ਸ਼ੋਰ, ਲੋਕ ਆਖਦੇ ਵੀ ਰੌਲਾ ਪਾਉਣ ਨਾਲ ਰੱਬ ਮਿਲਦਾ, ਕਹਿਣ ਲੱਗੇ ਡੱਡੂ ਤੇ ਹਰ ਵੇਲੇ ਗੜੈਂ ਗੜੈਂ ਕਰਦਾ ਰਹਿੰਦਾ। ਅੱਜ ਕੱਲ੍ਹ ਦੇ ਦਿਨ ਚੱਲਦੇ ਪਏ, ਬਰਸਾਤਾਂ ਹੁੰਦੀਆਂ, ਥੋੜ੍ਹਾ ਜਿਹਾ ਜਾਓ ਜਿੱਥੇ ਝੋਨੇ ਲੱਗੇ ਹੋਏ ਨੇ, ਉੱਥੇ ਕਿੰਨੀਆਂ ਆਵਾਜ਼ਾਂ ਆਉਂਦੀਆਂ, ਡੱਡੂ ਇਕੱਠੇ ਬੋਲੀ ਜਾਂਦੇ, ਪਰ ਬੋਲਿਆ ਰੱਬ ਥੋੜ੍ਹੀ ਮਿਲੇਗਾ। ਘਨ ਘੋਰ ਘਨ ਕਰਿਓ ਹੀ ਕਰਤ ਹੈ। ਜੇ ਕੋਈ ਆਖੇ ਵੀ ਗੱਜਿਆਂ ਰੱਬ ਮਿਲਦਾ ਹੈ, ਬੜਕ ਮਾਰਿਆ, ਮੈਂ ਗੱਜਾਂਗਾ, ਲਲਕਾਰਾ ਮਾਰਾਂਗਾ ਤੇ ਰੱਬ ਮਿਲੇਗਾ। ਲਲਕਾਰੇ ਤੇ ਆਕਾਸ਼ ਦੇ ਵਿੱਚ ਬੱਦਲ ਵੀ ਬੜੇ ਮਾਰਦਾ, ਗੱਜਦਾ ਤੇ ਉਹ ਵੀ ਬੜਾ ਪਿਆ, ਪਰ ਮਿਲਿਆ ਤੇ ਬੱਦਲ ਨੂੰ ਵੀ ਰੱਬ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਿੰਦੁਸਤਾਨ ਦੀ ਧਰਤੀ ਤੇ ਕੁਝ ਲੋਕ ਇੱਕ ਪੈਰ ਤੇ ਖਲੋ ਜਾਂਦੇ। ਆਪਾਂ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦੇ ਨਾਲ ਜੁੜੇ ਆ ਨਾ, ਪਰ ਹਿੰਦੁਸਤਾਨ ਦੇ ਵਿੱਚ ਕੁਝ ਇਹੋ ਜਿਹੇ ਸਾਧੂ ਨੇ ਇੱਕ ਪੈਰ ਤੇ ਖਲੋਤੇ ਜਾਪ ਕਰਦੇ ਪਏ। ਮਹਾਰਾਜ ਕਹਿੰਦੇ ਇੱਕ ਪੈਰ ਤੇ ਖਲੋਤਿਆਂ ਜੇ ਰੱਬ ਮਿਲਦਾ ਹੋਵੇ, ਏਕ ਪਾਏ ਠਾਂਡੇ ਸਦਾ ਬਨ ਮਹਿ ਰਹਿਤ ਬ੍ਰਿਸ਼। ਇਹ ਜਿਹੜੇ ਰੁੱਖ ਨੇ ਵੀ ਤੇ ਇੱਕ ਪੈਰ ਤੇ ਹੀ ਖਲੋਤੇ ਨਾ ਵਿਚਾਰੇ, ਜਿੱਥੇ ਖਲੋਤੇ ਉੱਥੇ ਹੀ ਖਲੋਤੇ ਹੋਏ, ਰੱਬ ਕਿਉਂ ਨਹੀਂ ਮਿਲਿਆ ਭਾਈ ਇਹਨਾਂ ਨੂੰ। ਇਹ ਇੰਨਾ ਗਿਆਨ ਦਿੱਤਾ ਮਹਾਰਾਜ ਨੇ ਸਾਨੂੰ ਦਸਮ ਗ੍ਰੰਥ ਦੇ ਵਿੱਚ, ਦਸਮ ਗ੍ਰੰਥ ਦੀ ਬਾਣੀ ਹੈ, ਪਰ ਸਾਨੂੰ ਪ੍ਰਚਾਰਿਆ ਇਹ ਜਾਂਦਾ ਵੀ ਦਸਮ ਗ੍ਰੰਥ ਦੀ ਬਾਣੀ ਪੜ੍ਹਦੀ ਨਹੀਂ ਹੈ, ਕਿਤੇ ਗਿਆਨ ਹੀ ਨਾ ਮਿਲ ਜਾਵੇ, ਕਿਤੇ ਇਹ ਸਿੱਖ ਸਮਝਦਾਰ ਹੀ ਨਾ ਹੋ ਜਾ। ਫੂਕ ਫੂਕ ਪਾਪ ਭ੍ਰਮ ਸਰਵਗ ਧਰਤ ਹੈ। ਕੁਝ ਲੋਕ ਆਖਦੇ ਧਰਤੀ ਤੇ ਪੈਰ ਉੱਥੇ ਰੱਖਣਾ ਚਾਹੀਦਾ ਜਿੱਥੇ ਧਰਤੀ ਸਾਫ਼ ਹੋਵੇ, ਕੀੜਾ ਮਕੌੜਾ ਨਾ ਹੋਵੇ। ਜੇ ਕੋਈ ਕੀੜੀ ਤੁਰੀ ਜਾਂਦੀ ਹੈ ਨਾ, ਪਹਿਲਾਂ ਫੂਕ ਮਾਰੋ, ਕੀੜੀ ਉੱਡੇਗੀ ਤੇ ਫਿਰ ਪੈਰ ਰੱਖੋ। ਮਹਾਰਾਜ ਕਹਿਣ ਲੱਗੇ ਫੂਕਾਂ ਮਾਰਿਆ ਜੇ ਪੈਰ ਰੱਖਿਆ ਧਰਤੀ ਤੇ ਰੱਬ ਮਿਲੇ। ਤੇ ਸਰਾਵਗ ਨਾਮ ਦਾ ਇੱਕ ਮਤ ਹੈ, ਸਰਵਗੀਏ ਉਹਨਾਂ ਨੂੰ ਕਹਿੰਦੇ। ਉਹ ਇੱਕ ਥਾਂ ਤੇ ਇੱਕ ਪੈਰ ਰੱਖਦਾ ਹੈ ਤੇ ਉਹਦੇ ਮਗਰ ਜਿਹੜੇ ਜਿੰਨੇ ਬੰਦੇ ਉਹਦੇ ਆ ਰਹੇ ਨੇ
ਸਾਰੇ ਉਹਦੀ ਥਾਂ ਤੇ ਪੈਰ ਰੱਖਣਗੇ, ਦੂਜੀ ਥਾਂ ਤੇ ਨਵਾਂ ਪੈਰ ਨਹੀਂ ਰੱਖਣਗੇ। ਗੁਰੂ ਅੱਗੇ ਅੱਗੇ ਚੱਲਦਾ ਹੈ, ਗੁਰੂ ਦੇ ਪੈਰਾਂ ਤੇ ਬਾਕੀ ਚੇਲੇ ਸਾਰੇ ਪੈਰ ਉਹਦੇ ਛਾਪ ਦੇ ਉੱਪਰ ਉੱਪਰ ਰੱਖਦੇ ਵੀ ਜੇ ਕੋਈ ਕੀੜਾ ਮਕੌੜਾ ਗੁਰੂ ਦੇ ਪੈਰ ਥੱਲੇ ਆ ਕੇ ਮਰ ਗਿਆ ਤੇ ਗੁਰੂ ਨੂੰ ਪਾਪ ਲੱਗੇ, ਅਸੀਂ ਉਹਦੇ ਪੈਰਾਂ ਤੇ ਪੈਰ ਰੱਖੀਏ, ਸਾਨੂੰ ਪਾਪ ਹੀ ਨਾ ਲੱਗੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾ ਉਹ ਸ਼ਰਾਵਕ ਵਾਲਿਆਂ ਨੂੰ ਮਿਲਿਆ, ਨਾ ਉਹਦੇ ਚੇਲਿਆਂ ਨੂੰ ਰੱਬ ਮਿਲਿਆ। ਪਾਹਨ ਅਨੇਕ ਜੋਗ ਏਕ ਠੌਰ ਬਾਸ ਕਰੇ। ਇੱਕ ਥਾਂ ਤੇ ਬੈਠਿਆਂ ਵੀ ਰੱਬ ਨਹੀਂ ਮਿਲਦਾ, ਪੱਥਰ ਤੇ ਪਹਾੜ ਇੱਕ ਥਾਂ ਤੇ ਬੈਠੇ ਹੋਏ। ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ। ਕੁਝ ਲੋਕ ਆਖਦੇ ਇੱਕ ਦੇਸ਼ ਵਿੱਚੋਂ ਦੂਜੇ 'ਚ ਜਾਵਾਂਗੇ, ਦੂਜੇ ਤੋਂ ਤੀਜੇ 'ਚ ਜਾਵਾਂਗੇ, ਰੱਬ ਮਿਲੇਗਾ। ਕਹਿਣ ਲੱਗੇ ਏਲਾ ਆਕਾਸ਼ ਦੇ ਵਿੱਚ ਉੱਡਦੀ ਹੈ, ਪਤਾ ਨਹੀਂ ਕਿੰਨੇ ਕੁ ਦੇਸ਼ਾਂ ਵਿੱਚ ਘੁੰਮ ਆਉਂਦੀ ਹੈ, ਕਾਂ ਕਿੰਨੇ ਕੁ ਦੇਸ਼ਾਂ ਵਿੱਚ ਚਲੇ ਜਾਂਦਾ ਹੈ। ਰੱਬ ਇਸ ਤਰ੍ਹਾਂ ਨਹੀਂ ਉਹ ਮਿਲਦਾ। ਉਹ ਭਾਈ ਪਿਆਰਿਆ, ਜਿੰਨਾ ਚਿਰ ਤੇਰੇ ਮਨ ਵਿੱਚ ਪ੍ਰੇਮ ਨਹੀਂ, ਉਹਨਾਂ ਚਿਰ ਪ੍ਰਮਾਤਮਾ ਨਹੀਂ ਮਿਲੇਗਾ। ਸਤਿਗੁਰੂ ਇਹਨਾਂ ਨੂੰ ਕਹਿ ਰਿਹਾ, ਕਹਿਣ ਲੱਗੇ ਉਹ ਭਾਈ ਪਿਆਰਿਓ, ਤੁਹਾਡਾ ਮਨ ਇਹ ਕਰਦਾ ਵੀ ਅਸੀਂ ਉੱਚੀ ਉੱਚੀ ਸ਼ਬਦ ਪੜਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਸ਼ ਹੋ ਜਾਣਗੇ। ਮਹਾਰਾਜ ਕਹਿੰਦੇ ਜੇ ਇਸ ਤਰ੍ਹਾਂ ਰੱਬ ਖੁਸ਼ ਹੁੰਦਾ ਹੋਵੇ, ਆ ਸਾਰੀਆਂ ਉਦਾਹਰਨਾਂ ਦਿੱਤੀਆਂ, ਰੱਬ ਖੁਸ਼ ਇਸ ਤਰ੍ਹਾਂ ਨਹੀਂ ਹੁੰਦਾ। ਪਰਮਾਤਮਾ ਖੁਸ਼ ਤਾਂ ਹੁੰਦਾ ਤੇਰੇ ਮਨ ਵਿੱਚ ਪ੍ਰੇਮ ਹੈ, ਉਹ ਤਾਂ ਖੁਸ਼ ਹੁੰਦਾ ਜੇ ਤੇਰੇ ਮਨ ਵਿੱਚ ਭਰੋਸਾ ਹੈ। ਇਹ ਬਚਨ ਮਹਾਰਾਜ ਨੇ ਆਖੇ ਹਨ। ਸ਼੍ਰੀ ਮੁਖ ਤੇ ਸੁਨ ਕੇ ਅਰਦਾਸੀਏ, ਬੇਨਤੀ ਕੀਨਸ ਨੰਬਰ ਅਗਾਰੀ। ਉਸ ਵੇਲੇ ਮਹਾਰਾਜ ਨੇ ਬਚਨ ਕੀਤੇ ਨਾ, ਉਹ ਰਾਸੀਆ ਸਿੱਖ ਅੱਗੇ ਖਲੋਤਾ ਸੀ, ਉਹਨੇ ਹੱਥ ਜੋੜ ਕੇ ਮਹਾਰਾਜ ਨੂੰ ਆਖਿਆ ਹੈ, ਸਾਚ ਗੁਰੂ ਪਾਤਸ਼ਾਹ ਬੜੇ ਦਰਸ਼ਨ ਤੇ ਹੋਵਤ ਸਿੱਖੇ ਉਧਾਰੀ। ਕਹਿਣ ਲੱਗਾ ਮਹਾਰਾਜ ਦੇ ਦਰਸ਼ਨ ਵਾਕਿਆ ਹੀ ਸਿੱਖੋ ਬੜੇ ਵੱਡੇ ਨੇ। ਜਿਹੜਾ ਗੁਰੂ ਦੇ ਦਰਸ਼ਨ ਭਾਵਨਾ ਨਾਲ ਕਰਦਾ ਉਹਦਾ ਉਧਾਰ ਹੋ ਜਾਂਦਾ ਹੈ। ਰਾਵਰ ਕੋ ਦਰਸ਼ਨ ਸੋ ਕੀਰਤਨ, ਸਿੱਖ ਕਰੈ ਸਗਰੇ ਸਬਾਰੀ। ਮਹਾਰਾਜ ਇਹ ਸਾਰੀ ਸੰਗਤ ਤੁਹਾਡੇ ਦਰਸ਼ਨ ਕਰਨ ਵਾਸਤੇ ਆਈ ਹੈ ਤੇ ਸਾਰੇ ਜਾਣੇ ਮਿਲ ਕੇ ਵੇਖੋ ਕੀਰਤਨ ਕਰਦੇ ਹਨ। ਹੈ ਸਭ ਕੀ ਅਬ ਛੇ ਭਲੇ, ਅਗ ਦੋਖ ਮਿਟਾਇ ਪ੍ਰਭ ਫੇਰੇ ਉਚਾਰੀ। ਸਤਿਗੁਰੂ ਹੁਣ ਇਹਨਾਂ ਦੇ ਪਾਪ ਨਾਸ ਹੋ ਗਏ ਹੋਣਗੇ। ਵੇਖੋ ਸਾਰਿਆਂ ਨੇ ਮਿਲ ਕੇ ਕੀਰਤਨ ਕੀਤਾ ਹੈ ਨਾ, ਸਾਰੇ ਜਾਣੇ ਇਕੱਠੇ ਸ਼ਬਦ ਪੜ੍ਹਦੇ ਪਏ, ਇਹਨਾਂ ਦੇ ਪਾਪ ਨਾਸ ਹੋ ਗਏ ਹੋਣਗੇ, ਇਹ ਤੇ ਮੁਕਤ ਹੋ ਗਏ ਹੋਣਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਣੇ ਬਚਨ ਤੇ ਸਤਿਗੁਰੂ ਅੱਗੋਂ ਫਿਰ ਜਵਾਬ ਦਿੰਦੇ। ਮਹਾਰਾਜ ਕਹਿਣ ਲੱਗੇ ਹਨ, ਦੋਹਰਾ ਮਨਮੁਖ ਹਾਰਤ ਜਗਤ ਮੈਂ, ਗੁਰਮੁਖ ਜਾਵੇ ਜੀਤ। ਸਤਿਗੁਰੂ ਕਹਿੰਦੇ ਜਿਹੜੇ ਬੰਦੇ ਮਨ ਨੂੰ ਮੁੱਖ ਰੱਖ ਕੇ ਚੱਲਦੇ ਨਾ ਵੀ ਮੇਰਾ ਮਨ ਇਹ ਕਹਿੰਦਾ ਹੈ ਤੇ ਮੈਂ ਉਹੀ ਕਰਨਾ ਹੈ, ਉਹ ਆਪਣਾ ਮਨੁੱਖਾ ਜਨਮ ਜਾਂਦੇ ਹਾਰ। ਜਿਹੜੇ ਬਣ ਗਏ ਗੁਰਮੁਖ, ਉਹ ਮਨੁੱਖਾ ਜਨਮ ਜਿੱਤ ਕੇ ਜਾਂਦੇ। ਮਨਮੁਖ ਹਾਰ ਜਾਂਦੇ, ਗੁਰਮੁਖ ਜਿੱਤ ਕੇ ਜਾਂਦੇ ਹਨ। ਪ੍ਰਤ ਭਾਰਤ ਸਾਵਤ ਸਿਦਕ, ਪ੍ਰੀਤ ਪ੍ਰਤੀ ਤਹ ਚੀਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਦੇ ਮਨ ਵਿੱਚ ਪ੍ਰੀਤ ਹੈ, ਗੁਰੂ ਉਹਨਾਂ ਨੂੰ ਪਾਲਦਾ ਹੈ, ਉਹ ਸਿਦਕ ਦੇ ਵਿੱਚ ਸਾਬਤ ਵੀ ਨੇ। ਜਿਨ੍ਹਾਂ ਦੇ ਮਨ ਵਿੱਚ ਪ੍ਰੀਤ ਹੈ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰੀਤ ਵਾਲੇ ਜਿਹੜੇ ਨੇ ਉਹ ਗੁਰੂ ਦੀ ਕਿਰਪਾ ਦੇ ਨਾਲ ਪਿਆਰ ਤੇ ਭਰੋਸੇ ਦੇ ਵਿੱਚ ਚਿੱਤ ਰੱਖਦੇ ਹਨ, ਐਸਿਆਂ ਦਾ ਭਲਾ ਹੁੰਦਾ ਹੈ। ਸਵਈਆ ਸੂਰਜ ਕੋ ਦਰਸ਼ਨ ਕਰੇ, ਸਭ ਪਾਪ ਕਮਾਏ ਸੋ ਦੋਜਕ ਜਾਵੇ। ਮਹਾਰਾਜ ਕਹਿੰਦੇ ਜੇ ਦਰਸ਼ਨ ਕੀਤਿਆਂ ਪਾਪ ਮਿਟਦੇ ਹੋਣ ਤੇ ਸਾਰੀ ਦੁਨੀਆ ਸਵੇਰੇ ਉੱਠ ਕੇ ਪਹਿਲਾਂ ਸੂਰਜ ਨੂੰ ਹੀ ਵੇਖਦੀ ਹੈ। 12 ਘੰਟੇ ਜੇ ਸੂਰਜ ਚੜ੍ਹਿਆ, ਮੰਨ ਲਓ 8 ਘੰਟੇ ਵੀ ਚੜ੍ਹਿਆ, 8 ਘੰਟਿਆਂ ਵਿੱਚ 1-2 ਵਾਰੀ ਤਾਂ ਅਸੀਂ ਵੇਖ ਹੀ ਲੈਂਦੇ ਹਾਂ ਨਾ ਵੀ ਉਹ ਸੂਰਜ ਚੜ੍ਹਿਆ। ਸਾਰੀ ਦੁਨੀਆ ਹੀ ਸੂਰਜ ਵੇਖਦੀ ਹੈ। ਸਿੱਖ ਨੇ ਆਖਿਆ ਮਹਾਰਾਜ ਇਹਨਾਂ ਤੁਹਾਡੇ ਦਰਸ਼ਨ ਕੀਤੇ ਤੇ ਮੁਕਤ ਹੋ ਗਏ। ਮਹਾਰਾਜ ਕਹਿੰਦੇ ਉਹ ਭਲਿਆ, ਜੇ ਗੁਰੂ ਨੂੰ ਵੇਖਿਆ ਹੀ ਮੁਕਤ ਹੋ ਜਾਈਏ ਤੇ ਸੂਰਜ ਨੂੰ ਵੀ ਤੇ ਸਾਰੀ ਦੁਨੀਆ ਵੇਖਦੀ ਹੈ, ਫਿਰ ਸਾਰੇ ਲੋਕ ਮੁਕਤ ਕਿਉਂ ਨਹੀਂ ਹੋ ਗਏ? ਨਰਕਾਂ ਵਿੱਚ ਕਿਉਂ ਜਾਂਦੇ ਲੋਕ, ਜਨਮਾਂ ਵਿੱਚ ਕਿਉਂ ਜਾਂਦੇ? ਦਰਸ਼ਨ ਵੀ ਭਾਵਨਾ ਤੋਂ ਬਿਨਾਂ ਸਫਲਾ ਨਹੀਂ ਹੈ। ਜਿੰਨਾ ਚਿਰ ਤੇਰੇ ਮਨ ਵਿੱਚ ਭਾਵਨਾ ਨਹੀਂ, ਕੱਲਾ ਵੇਖਿਆ ਨਹੀਂ ਉਹ ਗੱਲ ਬਣਨੀ। ਵੇਖਦੇ ਤੇ ਲੋਕ ਸੂਰਜ ਨੂੰ ਵੀ ਹਨ, ਪਰ ਵੇਖ ਕੇ ਪ੍ਰਾਪਤੀ ਨਹੀਂ ਹੈ। ਪਾਣੀ ਸੋ ਦੇਵ ਨਹੀਂ ਜਗ ਭੀਤਰ, ਭੇਟਤ ਤੀਰਥ ਪ੍ਰੇਤ ਬੁਲਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਣੀ ਵਰਗਾ ਕੋਈ ਤੀਰਥ ਨਹੀਂ ਹੈ। ਪਾਣੀ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ। ਜਿੱਥੇ ਪਾਣੀ ਹੋਵੇ ਤੀਰਥ ਵੀ ਉਹਨੂੰ ਹੀ ਕਿਹਾ ਜਾਂਦਾ ਵੀ ਇੱਥੇ ਇਸ਼ਨਾਨ ਕਰਾਂਗੇ। ਪਰ ਮਹਾਰਾਜ ਕਹਿਣ ਲੱਗੇ ਆਦਮੀ ਜਿਉਂਦਿਆਂ ਤੀਰਥ ਤੇ ਪਵਿੱਤਰ ਜਲਾਂ ਵਿੱਚ ਇਸ਼ਨਾਨ ਕਰਦਾ ਹੈ, ਪਰ ਜਦੋਂ ਮਰ ਜਾਂਦਾ ਹੈ ਨਾ ਲੋਕ ਉਹਨੂੰ ਪ੍ਰੇਤ ਕਹਿੰਦੇ। ਭਾਵੇਂ ਉਹ ਬੰਦਾ ਸਾਰੀ ਉਮਰ ਤੀਰਥਾਂ ਤੇ ਇਸ਼ਨਾਨ ਕਰਦਾ ਰਿਹਾ ਹੋਵੇ, ਆਖਦੇ ਪਾਣੀ ਪਵਿੱਤਰ ਹੈ। ਬੰਦੇ ਨੇ ਸਾਰੀ ਉਮਰ ਇਸ਼ਨਾਨ ਕੀਤਾ, ਪਰ ਜਦੋਂ ਮਰ ਗਿਆ ਉਹਨੂੰ ਕੋਈ ਹੱਥ ਨਹੀਂ ਲਾਉਂਦਾ। ਲੋਕ ਡਰਦੇ ਪਰੇ ਪਰੇ ਹੁੰਦੇ ਵੀ ਇਹ ਕਿਤੇ ਚਿੰਬੜੀ ਨਾ ਜਾਵੇ।
ਸਤਿਗੁਰੂ ਕਹਿਣ ਲੱਗੇ ਜੇ ਪਾਣੀ ਪਵਿੱਤਰ ਹੈ ਤੇ ਬੰਦਾ ਉਹਦੇ ਵਿੱਚ ਨਹਾਉਂਦਾ ਰਿਹਾ ਤੇ ਫਿਰ ਚਿੰਬੜੇਗਾ ਕਿਉਂ? ਪਰ ਲੋਕ ਫਿਰ ਵੀ ਉਹਨੂੰ ਪ੍ਰੇਤ ਹੀ ਸਮਝਦੇ, ਡਰਦੇ ਨੇ। ਇਸ ਕਰਕੇ ਬਚਨ ਇਹ ਹੈ ਗੁਰੂ ਕੇ ਪਿਆਰਿਆ, ਇਹ ਮਨ ਦੇ ਵਿੱਚੋਂ ਭਰਮ ਕੱਢ। ਜਿੰਨਾ ਚਿਰ ਭਰੋਸਾ ਨਹੀਂ ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਇੰਦ ਕੇ ਤਾਰਾ ਕੇ ਪੌਣ ਸੁਰੇਸੁਰ, ਦੇਖਣ ਤੇ ਨਾ ਛੂਟਨ ਪਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਵੇਂ ਚੰਦਰਮਾ ਹੈ, ਭਾਵੇਂ ਤਾਰੇ ਹਨ ਆਕਾਸ਼ ਦੇ ਵਿੱਚ ਚਮਕਦੇ। ਸਤਿਗੁਰੂ ਕਹਿਣ ਲੱਗੇ ਭਾਵੇਂ ਚੰਦਰਮਾ ਹੈ, ਭਾਵੇਂ ਤਾਰੇ ਹਨ, ਭਾਵੇਂ ਹਵਾ ਹੈ ਤੇ ਭਾਵੇਂ ਦੇਵਤੇ ਨੇ, ਜਿਨੇ ਵੀ ਇਹਨਾਂ ਦਾ ਕਥਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ ਦਰਸ਼ਨ ਕੀਤਿਆਂ ਮੁਕਤੀ ਨਹੀਂ ਹੋਵੇਗੀ। ਇਹ ਮਨ ਵਿੱਚੋਂ ਭਰਮ ਕੱਢ। ਜੇ ਮਨ ਵਿੱਚ ਭਰੋਸਾ ਨਹੀਂ, ਮਨ ਵਿੱਚ ਪ੍ਰੇਮ ਨਹੀਂ, ਦੋ ਬਚਨ ਤੇਰੇ ਕੋਲ ਨਹੀਂ, ਦਰਸ਼ਨ ਕੀਤਿਆਂ ਮੁਕਤੀ ਨਹੀਂ ਹੈ। ਲੋਕ ਰੀਤ ਕੀ ਲਾਜ ਭਰੇ, ਜਨ ਹੋਏ ਪ੍ਰਤੀਤ ਸੋ ਨਾਮ ਤਰਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲੋਕ ਜਿਹੜੇ ਨੇ ਸੰਸਾਰ ਦੇ, ਉਹ ਲੋਕ ਰੀਤੀ ਨਾਲ ਭਰੇ ਹੋਏ, ਲੋਕ ਲੱਜਾ ਦੇ ਨਾਲ। ਜੇ ਮੈਂ ਫਲਾਣਾ ਕੰਮ ਕਰਾਂਗਾ ਤੇ ਫਲਾਣਾ ਕੀ ਕਵੇਗਾ। ਆਪਣੀ ਜ਼ਿੰਦਗੀ ਇਸ ਤਰ੍ਹਾਂ ਹੀ ਨਿਕਲਦੀ ਹੈ ਨਾ। ਜੇ ਮੈਂ ਆਹ ਕੱਪੜਾ ਪਾ ਲਿਆ ਤੇ ਫਲਾਣਾ ਕੀ ਆਖੇਗਾ, ਮੈਂ ਆਹ ਕੰਮ ਕੀਤਾ ਤੇ ਦੂਜਾ ਕੀ ਆਖੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਦੁਨੀਆ ਦੇ ਲੋਕ ਜਿਹੜੇ ਨੇ ਉਹ ਲੋਕ ਰੀਤੀ ਦੇ ਲਾਜ ਦੇ ਭਰੇ ਹੋਏ ਹਨ। ਇਸ ਕਰਕੇ ਜਿੰਨਾ ਚਿਰ ਹਿਰਦੇ ਵਿੱਚ ਸਿਦਕ ਨਹੀਂ, ਜਿੰਨਾ ਚਿਰ ਨਾਮ ਨਹੀਂ, ਉਹਨਾਂ ਚਿਰ ਤਰਿਆ ਨਹੀਂ ਜਾਣਾ। ਲੋਕ ਰੀਤੀ ਤੁਹਾਨੂੰ ਤਾਰ ਨਹੀਂ ਸਕੇਗੀ। ਇਹ ਬਚਨ ਮਹਾਰਾਜ ਨੇ ਫਿਰ ਬਖਸ਼ੇ ਹਨ। ਚੌਪਈ ਪ੍ਰੀਤ ਪ੍ਰਤੀਤ ਬਿਹੀਨੇ ਲੋਕ, ਇਹ ਦੁਨੀਆ ਦੇ ਲੋਕ ਪ੍ਰੇਮ ਤੋਂ ਭਰੋਸੇ ਤੋਂ ਖਾਲੀ ਹਨ। ਖਾਲੀ ਹੋਣ ਕਰਕੇ ਪ੍ਰਾਪਤੀ ਨਹੀਂ ਹੈ। ਜਨਮ ਮਰਨ ਨਿਤ ਪ੍ਰਾਪਤ ਸ਼ੋਕ, ਇਹ ਵਾਰ-ਵਾਰ ਜੰਮਦੇ ਨੇ, ਮਰਦੇ ਨੇ, ਦੁੱਖ ਨੂੰ ਪ੍ਰਾਪਤ ਹੁੰਦੇ। ਜੰਮ ਕੇ ਆਉਣਾ, ਮਰ ਕੇ ਜਾਣਾ ਵੀ ਤੇ ਇੱਕ ਦੁੱਖ ਹੀ ਹੈ ਨਾ। ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ, ਅਗਨ ਦਾ ਹੈ ਯਾਰ ਗਰਭ ਬਸੇਰਾ। ਇਹ ਦੁੱਖ ਹੀ ਹੈ। ਪ੍ਰੇਮ ਤੋਂ ਖਾਲੀ, ਭਾਵਨਾ ਤੋਂ ਖਾਲੀ, ਜੰਮਦੇ ਤੇ ਮਰਦੇ ਦੁੱਖ ਪਾਉਂਦੇ ਹਨ। ਸਿਦਕ ਨਾ ਹਿਰਦੈ ਰਚਿਓ ਪਰਪੰਚ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾ ਹਿਰਦੇ ਵਿੱਚ ਸਿਦਕ ਹੈ ਤੇ ਸਿਦਕ ਨਾ ਹੋਰ ਕਰਕੇ ਇਹਨਾਂ ਨੇ ਪਖੰਡ ਕੀਤਾ। ਬਚਨ ਇਹ ਚੱਲਦਾ ਪਿਆ ਹੈ ਉਹ ਲੋਕ ਜਿਉਂਦੇ ਬੰਦੇ ਨੂੰ ਮੰਜੇ ਤੇ ਪਾ ਕੇ ਲੈ ਆਏ ਵੀ ਮਹਾਰਾਜ ਇਹ ਮਰ ਗਿਆ ਤੇ ਅਸੀਂ ਇਹਨੂੰ ਲੈ ਕੇ ਚੱਲੇ ਹਾਂ ਸੰਸਕਾਰ ਕਰਨ ਵਾਸਤੇ। ਸਤਿਗੁਰੂ ਕਹਿੰਦੇ ਇਹਨਾਂ ਦੇ ਮਨ ਵਿੱਚ ਭਰੋਸਾ ਨਹੀਂ ਸੀ, ਤਾਂ ਇਹਨਾਂ ਨੇ ਐਸਾ ਝੂਠ ਬੋਲਿਆ ਸਾਡੇ ਸਾਹਮਣੇ। ਜੇ ਭਰੋਸਾ ਹੁੰਦਾ ਤੇ ਐਸਾ ਝੂਠਾ ਛਲ ਵਾਲਾ ਬਚਨ ਨਾ ਕਰਦੇ। ਦੇਖਾ ਦੇਖੀ ਹੋਏ ਨਰ ਸੰਚ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੇਖੋ ਵੇਖੀ ਇਕੱਠੇ ਹੋ ਗਏ। ਇੱਕ ਬੰਦੇ ਨੇ ਢਾਹ ਮਾਰੀ, ਕਹਿਣ ਲੱਗਾ ਹਾਏ ਮਰ ਗਿਆ, ਤੇ ਦੂਜਾ ਭੱਜ ਕੇ ਆਇਆ, ਉਹ ਵੀ ਰੋਣ ਲੱਗ ਪਿਆ, ਤੀਜਾ ਵੀ ਰੋਣ ਲੱਗ ਪਿਆ। ਇੱਕ ਮਾਈ ਨੇ ਵੈਣ ਪਾਇਆ, ਦੂਜੀ ਵੀ ਕੋਲ ਬੈਠ ਗਈ, ਚੌਥੀ ਵੀ ਕੋਲ ਬੈਠ ਗਈ। ਮਹਾਰਾਜ ਕਹਿਣ ਲੱਗੇ ਵੇਖੋ ਵੇਖੀ ਇਕੱਠੇ ਹੋ ਗਏ, ਮਰਿਆ ਕੋਈ ਵੀ ਨਹੀਂ ਹੈ। ਇੱਕ ਨੂੰ ਰੋਂਦਾ ਵੇਖ ਕੇ ਦੂਜੇ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ। ਇਹ ਵੇਖੋ ਵੇਖੀ ਸਾਰੇ ਇਕੱਠੇ ਹੋਏ ਹਨ। ਜੇ ਪਰਖਿਓ ਚਾਹਤ ਇਨ ਤਾਈ। ਸਤਿਗੁਰੂ ਪਾਤਸ਼ਾਹ ਨੇ ਜਦੋਂ ਬਚਨ ਕੀਤੇ ਉਹ ਚੁੱਪ ਕਰਕੇ ਸੁਣਦੇ ਪਏ। ਉਹਨਾਂ ਦੇ ਮਨ ਵਿੱਚ ਇਹ ਹੈ ਵੀ ਸ਼ਾਇਦ ਅਜੇ ਵੀ ਝੂਠ ਚੱਲੇਗਾ। ਮਹਾਰਾਜ ਕਹਿਣ ਲੱਗੇ ਸਿੱਖੋ ਜੇ ਚਾਹੁੰਦੇ ਹੋ ਤੇ ਇਹਨਾਂ ਦੀ ਪਰਖ ਕਰੀਏ ਵੀ ਇਹ ਸੱਚ ਬੋਲਦੇ ਕਿ ਝੂਠ ਬੋਲਦੇ। ਤੇ ਕੁਝ ਸਿੱਖ ਮਹਾਰਾਜ ਦੇ ਕੋਲ ਹੀ ਬੈਠੇ ਕਹਿਣ ਲੱਗੇ ਮਹਾਰਾਜ ਫਿਰ ਪਰਖ ਤੇ ਕਰਨੀ ਚਾਹੀਦੀ ਹੈ ਨਾ, ਸੰਗਤ ਨੂੰ ਵੀ ਤੇ ਪਤਾ ਲੱਗੇ ਨਾ ਵੀ ਇਹਨਾਂ ਨੇ ਕੀ ਕੌਤਕ ਰਚਿਆ ਹੈ। ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਸੰਗਤ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦੀ ਪਰਖ ਕਰੀਏ ਤੇ ਫਿਰ ਤੁਹਾਨੂੰ ਪਰਖ ਕਰਕੇ ਦਿਖਾਉਂਦੇ ਹਾਂ। ਮੌਨ ਧਾਰ ਲਿਓ ਅਗਨ ਲੁਕਾਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਸਿੱਖ ਨੂੰ ਆਖਿਆ, ਕਹਿਣ ਲੱਗੇ ਚੁੱਪ ਕਰਕੇ ਚਲੇ ਜਾ ਤੇ ਲੰਗਰ ਦੇ ਵਿੱਚੋਂ ਅੱਗ ਲੈ ਕੇ ਆ। ਦੱਸੀ ਨਾ ਕਿਸੇ ਨੂੰ ਵੀ ਅੱਗ ਲੈਣ ਚੱਲਿਆ। ਜੇ ਪਤਾ ਲੱਗ ਗਿਆ ਜਿਹੜਾ ਮੰਜੇ ਤੇ ਲੰਮਾ ਪਾਇਆ ਮੁਰਦਾ, ਇਹਨੇ ਉੱਠ ਕੇ ਭੱਜ ਜਾਣਾ ਪਹਿਲਾਂ ਹੀ ਅੱਗ ਆਉਣ। ਕਿਸੇ ਨੂੰ ਦੱਸਣਾ ਨਹੀਂ ਹੈ। ਜਿਹੜੇ ਲੋਕ ਚੁੱਕੇ ਲੈ ਕੇ ਆਏ ਮੁਰਦੇ ਦਾ ਮੰਜਾ, ਉਹਨਾਂ ਨੂੰ ਵੀ ਨਹੀਂ ਦੱਸਣਾ ਹੈ। ਚੁੱਪ ਕਰਕੇ ਜਾ, ਕਿਸੇ ਨੂੰ ਦੱਸੀ ਨਾ। ਲੰਗਰ ਵਿੱਚ ਪਹੁੰਚ ਕੇ ਤੇ ਅੱਗ ਨੂੰ ਲੁਕਾ ਕੇ ਛੁਪਾ ਕੇ ਉਸ ਅੱਗ ਨੂੰ ਲੈ ਕੇ ਆਉਣਾ ਕਰ। ਜਲਤੀ ਦੇਹ ਮਿਰਤਕ ਕੇ ਤਰੇ। ਤੇ ਸਿੱਖ ਨੇ ਆਖਿਆ ਵੀ ਮਹਾਰਾਜ ਅੱਗ ਲਿਆ ਕੇ ਕੀ ਕਰਨੀ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਮੰਜੇ ਤੇ ਉਹਨਾਂ ਨੇ ਮੁਰਦਾ ਲੰਮੇ ਪਾਇਆ ਨਾ, ਉਹ ਮੰਜੇ ਦੇ ਥੱਲੇ ਲਿਆ ਕੇ ਵੱਡਾ ਸਾਰਾ ਇੱਕ ਚੁੱਗ ਰੱਖ ਦੇ। ਬਲਦੀ ਹੋਈ ਲੱਕੜ ਲੰਗਰ ਦੇ ਵਿੱਚੋਂ ਲੈ ਕੇ ਆ, ਜਿਹਦੇ ਚੰਗੇ ਕੋਇਲੇ ਲਾਲ ਹੋਣ ਤੇ ਬੜਾ ਸੇਕ ਹੋਵੇ।
ਉਹ ਸੇਕ ਵਾਲੀ ਲੱਕੜ ਲੈ ਕੇ ਆ, ਤੇ ਜਿਹੜਾ ਮੁਰਦਾ ਹੈ ਕਹਿੰਦੇ ਵੀ ਆ ਮਰਿਆ ਪਿਆ, ਹੁਣ ਮੁਰਦੇ ਨੂੰ ਗਰਮੀ ਥੋੜਾ ਲੱਗੇਗੀ, ਨਾ ਸੇਕ ਲੱਗੇਗਾ। ਜੇ ਤੇ ਸੱਚੀ ਮੁੱਚੀ ਮਰਿਆ ਹੋਇਆ ਤੇ ਲੱਕੜ ਰੱਖਿਆ ਕੁਝ ਨਹੀਂ ਹੋਣਾ, ਤੇ ਜੇ ਉਹਦੇ ਵਿੱਚ ਕੋਈ ਸਾਹ ਬਾਕੀ ਹੋਇਆ ਤੇ ਫਿਰ ਉਹ ਮੰਜੇ ਤੇ ਪੈ ਨਹੀਂ ਸਕੇਗਾ। ਕਹਿਣ ਲੱਗੇ ਵੀ ਚੁੱਪ ਕਰਕੇ ਜਾ, ਤੇ ਲੱਕੜ ਇੱਕ ਲੰਗਰ ਦੇ ਵਿੱਚੋਂ ਲੈ ਕੇ ਆਉਣਾ ਘਰ। ਅਪਰਨ ਕੋ ਨਹਿ ਜਿਮ ਲਖ ਪਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਕਿਸੇ ਨੂੰ ਪਤਾ ਨਾ ਲੱਗੇ, ਨਾ ਤੇਰੇ ਜਾਣ ਦਾ ਨਾ ਤੇਰੇ ਲੱਕੜ ਲੈ ਕੇ ਆਉਣ ਦਾ। ਗੁਪਤ ਰਸਤੇ ਥਾਣੀ ਚਲੇ ਜਾ, ਲੰਗਰ ਦੇ ਵਿੱਚੋਂ ਲੱਕੜ ਚੁੱਕ ਕੇ ਤੇ ਛੇਤੀ ਦੇ ਨਾਲ ਗੁਪਤ ਰਸਤੇ ਦੇ ਵਿੱਚੋਂ ਹੀ ਆ ਜਾ, ਇਹਨਾਂ ਨੂੰ ਪਤਾ ਨਾ ਲੱਗੇ ਸਾਡੇ ਕੋਲੇ ਬੈਠੇ ਹੋਏ, ਤੇ ਛੇਤੀ ਦੇ ਨਾਲ ਇਹ ਕੰਮ ਜਿਹੜਾ ਕਰਨਾ ਕਰ। ਬਿਸਮਿਓ ਬਚਨਮਾਨ ਅਰਦਾਸੀ। ਉਹ ਜਿਹੜਾ ਸਿੱਖ ਸੀ ਨਾ, ਉਹ ਹੈਰਾਨ ਹੋ ਗਿਆ ਵੀ ਮਹਾਰਾਜ ਇਹ ਕੀ ਕਰਨ ਲੱਗੇ, ਵੀ ਬੰਦਾ ਮਰਿਆ ਹੋਇਆ, ਜੇ ਇਹਦਾ ਸੰਸਕਾਰ ਕਰਨਾ ਤੇ ਇਹਨੂੰ ਮੜੀਆਂ 'ਚ ਲੈ ਕੇ ਜਾਣਾ ਚਾਹੀਦਾ ਨਾ, ਜਿੱਥੇ ਸ਼ਮਸ਼ਾਨ ਘਾਟ ਬਣਿਆ ਉੱਥੇ ਲੈ ਜਾਂਦੇ। ਇੱਥੇ ਦਰਬਾਰ ਸਜਿਆ ਹੋਇਆ, ਸਾਹਮਣੇ ਮਹਾਰਾਜ ਬੈਠੇ ਨੇ, ਸੱਜੇ ਖੱਬੇ ਸੰਗਤ ਬੈਠੀ ਹੈ, ਇਹ ਤੇ ਨਾਮ ਜਪਣ ਵਾਲੀ ਜਗ੍ਹਾ ਹੈ। ਹੁਣ ਨਾਮ ਜਪਣ ਵਾਲੀ ਥਾਂ ਤੇ ਮੁਰਦਾ ਸਾੜਾਂਗੇ, ਇਹ ਤੇ ਬੜੀ ਮਾੜੀ ਗੱਲ ਹੋਵੇਗੀ। ਪਤਾ ਨਹੀਂ ਮਹਾਰਾਜ ਕਿਉਂ ਬੰਦਾ ਇੱਥੇ ਸਾੜਨਾ ਚਾਹੁੰਦੇ। ਉਹ ਜਿਹੜਾ ਅਰਦਾਸੀਆ ਸਿੱਖ ਹੈ ਨਾ, ਹੈਰਾਨ ਹੋ ਗਿਆ ਮਹਾਰਾਜ ਦੇ ਬਚਨ ਸੁਣ ਕੇ। ਪਰ ਗੱਲ ਇਹ ਆ ਗੁਰਮੁਖੋ ਵੀ ਹੁਣ ਮਹਾਰਾਜ ਸਾਹਿਬ ਦੇ ਸਾਹਮਣੇ ਬੋਲਿਆ ਨਹੀਂ ਨਾ ਜਾ ਸਕਦਾ, ਉਹ ਕਹਿ ਨਹੀਂ ਨਾ ਸਕਦਾ ਵੀ ਮਹਾਰਾਜ ਇੱਥੇ ਹੀ ਕਿਉਂ ਸਾੜਨਾ, ਆਪਾਂ ਬਾਹਰ ਲੈ ਚੱਲੀਏ। ਉਹ ਅਰਦਾਸੀਆ ਸਿੱਖ ਬਚਨ ਸੁਣ ਕੇ ਹੈਰਾਨ ਹੋ ਗਿਆ ਹੈ। ਉਤਲਾਵਤ ਗਮਨਿਓ ਤਜ ਪਾਸੀ। ਪਰ ਹੁਣ ਬਚਨ ਇਹ ਹੈ ਵੀ ਮਹਾਰਾਜ ਨੇ ਆਖਿਆ ਤੇ ਜਾਣਾ ਪੈਣਾ ਹੈ। ਉਹ ਸਿੱਖ ਚੱਲ ਤੇ ਪਿਆ ਲੱਕੜ ਲੈਣ ਵਾਸਤੇ, ਬਲਦੀ ਹੋਈ ਅੱਗ ਲੈਣ ਵਾਸਤੇ, ਬਲਦੀ ਹੋਈ ਲੱਕੜ ਲੈਣ ਵਾਸਤੇ ਲੰਗਰ ਵਿੱਚੋਂ ਤੁਰਿਆ ਤੇ ਜਾਂਦਾ, ਪਰ ਸੋਚਦਾ ਪਿਆ ਵੀ ਮਹਾਰਾਜ ਪਤਾ ਨਹੀਂ ਹੁਣ ਕੀ ਕਰਨਗੇ, ਸੱਚੀ ਮੁੱਚੀ ਉੱਥੇ ਹੀ ਮੁਰਦੇ ਦਾ ਸੰਸਕਾਰ ਕਰ ਦੇਣਗੇ। ਕਿਉਂਕਿ ਸਿੱਖ ਨੂੰ ਨਹੀਂ ਪਤਾ ਵੀ ਇਹ ਜਿਉਂਦਾ ਹੈ, ਮਹਾਰਾਜ ਨੂੰ ਤਾਂ ਪਤਾ ਕਿਉਂਕਿ ਅੰਤਰਜਾਮੀ ਨੇ। ਉਹਨਾਂ ਨੇ ਤਾਂ ਹੀ ਆਖਿਆ ਵੀ ਤੁਸੀਂ ਕੀਰਤਨ ਤੇ ਕਰਦੇ ਪਏ ਹੋ ਵੀ ਵਿਛੜਿਆ ਮੇਲੇ ਪ੍ਰਭੂ ਸਾਨੂੰ ਸੁਣਾ ਦਿੱਤਾ ਤੁਸੀਂ, ਸੇਵਕ ਕੀ ਓੜਕ ਨਿਭੀ ਪ੍ਰੀਤ ਉਹ ਵੀ ਸਾਨੂੰ ਸੁਣਾ ਦਿੱਤਾ ਹੈ। ਤੁਹਾਡੇ ਉੱਚੀ ਉੱਚੀ ਕੀਰਤਨ ਕਰਨ ਦੇ ਨਾਲ, ਉੱਚੀ ਉੱਚੀ ਰੋਣ ਦੇ ਨਾਲ ਇਹ ਸਾਬਤ ਨਹੀਂ ਹੋ ਜਾਂਦਾ ਵੀ ਇਹ ਵਾਕਿਆ ਹੀ ਮਰ ਗਿਆ ਹੈ, ਜਾਂ ਇਹ ਨਹੀਂ ਹੋ ਜਾਂਦਾ ਵੀ ਤੁਹਾਨੂੰ ਗੁਰੂ ਤੇ ਭਰੋਸਾ ਹੈ। ਹੁਣ ਮਹਾਰਾਜ ਤੇ ਜਾਣਦੇ, ਪਰ ਆਮ ਲੋਕਾਂ ਨੂੰ ਨਹੀਂ ਨਾ ਪਤਾ। ਸਤਿਗੁਰਾਂ ਦਾ ਬਚਨ ਮੰਨ ਕੇ ਉਹ ਸਿੱਖ ਲੰਗਰ ਨੂੰ ਚਲੇ ਗਿਆ ਹੈ। ਜਵਲਤੀ ਦੇਗ ਵਿਖੈ ਵੱਡ ਭਾਠੀ। ਉਹਨੇ ਵੇਖਿਆ ਵੀ ਲੰਗਰ ਵਿੱਚ ਕਈ ਭੱਠੀਆਂ ਬਲਦੀਆਂ ਪਈਆਂ, ਕਿਸੇ ਭੱਠੀ ਤੇ ਦਾਲ ਰੱਖੀ ਹੈ, ਕਿਸੇ ਤੇ ਪ੍ਰਸ਼ਾਦ ਰੱਖਿਆ, ਕਿਸੇ ਭੱਠੀ ਤੇ ਖੀਰ ਬਣਦੀ ਪਈ ਹੈ, ਕਿਤੇ ਪ੍ਰਸ਼ਾਦੇ ਬਣਦੇ ਪਏ। ਤੇ ਉਹਨੇ ਸਾਰੀਆਂ ਭੱਠੀਆਂ ਵਿੱਚ ਨਿਗਾਹ ਮਾਰੀ ਵੀ ਵੱਡੀ ਲੱਕੜ ਚੰਗੀ ਮੋਟੀ ਸੇਕ ਵਾਲੀ, ਜਿਹਦੇ ਅੰਗਾਰ ਵੀ ਬੜੇ ਲਾਲ ਹੋਣ ਤੇ ਕੋਇਲੇ ਲਾਲ ਹੋਣ ਤੇ ਚੰਗੀ ਬਲਣ ਵਾਲੀ ਲੱਕੜ ਕਿੱਥੇ ਹੈ। ਸਾਰੀਆਂ ਭੱਠੀਆਂ ਵਿੱਚ ਨਿਗਾਹ ਮਾਰ ਕੇ ਤੇ ਇੱਕ ਥਾਂ ਤੇ ਇੱਕ ਭੱਠੀ ਵਿੱਚ ਬੜੀ ਲੱਕੜ ਬਲਦੀ ਪਈ ਹੈ ਲਟ ਲਟ ਕਰਕੇ, ਤੇ ਸਿੱਖ ਦੀ ਉਹ ਨਿਗਾਹ ਵਿੱਚ ਲੱਕੜ ਪੈ ਗਈ ਹੈ। ਤਹਤੇ ਲੀਨਸ ਅਗਨ ਮੁਆਠੀ। ਤੇ ਕਹਿਣ ਲੱਗੇ ਵੀ ਉਹ ਜਿਹੜਾ ਲਾਂਗਰੀ ਸਿੰਘ ਉੱਥੇ ਪ੍ਰਸ਼ਾਦਾ ਬਣਾਉਂਦਾ ਪਿਆ ਨਾ, ਉਹ ਸਿੱਖ ਨੇ ਉਹਨੂੰ ਕਿਹਾ, ਕਹਿਣ ਲੱਗਾ ਭਾਈ ਵੀ ਆਹ ਲੱਕੜ ਜਿਹੜੀ ਬਲਦੀ ਪਈ ਹੈ ਨਾ, ਇਹ ਮੈਨੂੰ ਕੱਢ ਕੇ ਦੇ। ਗੁਰੂ ਪਾਤਸ਼ਾਹ ਨੇ ਦਰਬਾਰ ਦੇ ਵਿੱਚ ਇਹ ਲੱਕੜ ਮੰਗਵਾਈ ਹੈ। ਤੇ ਲਾਂਗਰੀ ਸਿੰਘ ਨੇ ਆਖਿਆ ਵੀ ਜੇ ਮਹਾਰਾਜ ਨੇ ਮੰਗਾਈ ਹੈ ਤੇ ਠੀਕ ਹੈ। ਉਹਨੇ ਲੱਕੜ ਜਿਹੜੀ ਸੀ ਉਹ ਬਲਦੀ ਹੋਈ ਉਸ ਦਾਲ ਦੇ ਪਤੀਲੇ ਦੇ ਥੱਲਿਓਂ ਵੱਡੀ ਲੱਕੜ ਬਲਣ ਵਾਲੀ ਸੇਕ ਵਾਲੀ ਉਹ ਕੱਢ ਕੇ ਲਾਂਗਰੀ ਸਿੱਖ ਨੇ, ਇਹ ਜਿਹੜਾ ਸਿੱਖ ਅੱਗ ਲੈਣ ਗਿਆ, ਇਹਨੂੰ ਫੜਾ ਦਿੱਤੀ ਹੈ। ਆਵਤ ਭਾਤ ਹੈ ਥਲ ਉਤਲਾਤਾ। ਤੇ ਜਦੋਂ ਉਹ ਸਿੱਖ ਲੱਕੜ ਲੈ ਕੇ ਤੁਰਿਆ, ਲੱਕੜ ਨੂੰ ਅੱਗ ਤੇ ਲੱਗੀ ਹੈ ਅਤੇ ਕੋਇਲੇ ਲਾਲ ਸੇਕ ਤੇ ਹੈ। ਜਦੋਂ ਸਿੱਖ ਤੁਰਿਆ, ਹਵਾ ਪਈ ਹੈ, ਉਹ ਲੱਕੜ ਹੋਰ ਲਟ ਲਟ ਕਰਕੇ ਬਣ ਲੱਗ ਪਈ, ਪਹਿਲਾਂ ਨਾਲੋਂ ਵੀ ਸੇਕ ਉਹਦਾ ਵੱਧ ਗਿਆ। ਦੂਜਾ ਕਾਰਨ ਇਹ ਹੈ ਵੀ ਮਹਾਰਾਜ ਨੇ ਹੁਣ ਕੌਤਕ ਕਰਨਾ ਹੈ, ਹੁਕਮ ਦੇ ਵਿੱਚ ਹੀ ਹੈ ਨਾ ਸਭ ਕੁਝ। ਭੈ ਵਿੱਚ ਅਗਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਹੁਣ ਅੱਗ ਨੂੰ ਵੀ ਹੁਕਮ ਹੈ ਕਿ ਮਹਾਰਾਜ ਨੇ ਪਰਖ ਕਰਨੀ ਹੈ। ਜਦੋਂ ਸਿੱਖ ਤੁਰਿਆ ਲੱਕੜੀ ਲੈ ਕੇ, ਹਵਾ ਪਈ ਹੈ ਤੇ ਉਹ ਹੋਰ ਜਿਹੜੀ ਹੈ ਲਟ ਲਟ ਕਰਕੇ ਅੱਗ ਬਲੀ ਹੈ। ਜਵਲਤ ਹਾਥ ਮੈਂ ਗਹਿਓ ਚੁਮਾਤਾ। ਉਹ ਜਿਹੜਾ ਚੁਮਾਤਾ ਸੀ ਨਾ, ਅੱਗ ਜਿਹੜੀ ਲੱਕੜ ਦੀ ਕੋਈ ਸੜੀ ਹੋਵੇ ਤੇ ਬਾਕੀ ਬਚੀ ਹੋਵੇ, ਉਹਨੂੰ ਚੁਮਾਤਾ ਆਖਿਆ ਜਾਂਦਾ। ਚੁਮਾਤੇ ਨੂੰ ਇੱਕ ਪਾਸਿਓਂ ਫੜਿਆ ਹੋਇਆ, ਦੂਜੇ ਪਾਸੇ ਅੱਗ ਲੱਗੀ ਹੈ, ਸੜਦਾ ਹੋਇਆ ਉਹ ਚੁਆਤਾ ਲੈ ਕੇ ਤੇ ਤੁਰਿਆ ਆਉਂਦਾ ਹੈ। ਦਿਓ ਮ੍ਰਿਤਕ ਕੀ ਸੀੜੀ ਤਰੇ। ਤੇ ਕਹਿਣ ਲੱਗੇ ਵੀ ਜਿੱਥੇ ਮਹਾਰਾਜ ਬੈਠੇ ਸਨ, ਉਹਨੇ ਆ ਕੇ ਮਹਾਰਾਜ ਵੱਲ ਵੇਖਿਆ ਵੀ ਸਤਿਗੁਰੂ ਹੁਣ ਅੱਗੇ ਇਸ਼ਾਰਾ ਕਰਨਗੇ। ਜਦੋਂ ਸਤਿਗੁਰਾਂ ਵੱਲ ਵੇਖਿਆ ਤੇ ਮਹਾਰਾਜ ਨੇ ਇਸ਼ਾਰਾ ਕੀਤਾ ਵੀ ਆ ਜਿਹੜਾ ਮੁਰਦਾ ਮੰਜੇ ਤੇ ਲੰਮੇ ਪਿਆ ਨਾ, ਇਹਦੀ ਮੰਜੀ ਦੇ ਥੱਲੇ ਕਰਦੇ ਬਲਦੀ ਹੋਈ ਲੱਕੜ।
ਤੇ ਸਤਿਗੁਰਾਂ ਦਾ ਹੁਕਮ ਪਾ ਕੇ ਉਹ ਜਿਹੜਾ ਸਿੱਖ ਹੈ ਉਹਨੇ ਬਲਦੀ ਹੋਈ ਲੱਕੜ ਜਿਹੜੀ ਹੈ ਉਸ ਮੁਰਦੇ ਦੇ ਥੱਲੇ, ਹੈ ਮੁਰਦਾ ਨਹੀਂ ਹੈ ਜਿਉਂਦਾ, ਪਰ ਮਹਾਰਾਜ ਨੂੰ ਦੱਸਿਆ ਵੀ ਇਹ ਮਰ ਗਿਆ ਹੈ, ਉਹਦੇ ਥੱਲੇ ਲੱਕੜ ਕਰ ਦਿੱਤੀ ਹੈ। ਜਿਮ ਗੁਰ ਕਹੀ ਤਥਾ ਹੀ ਕਰੇ। ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਆਖਿਆ, ਹੁਣ ਅਰਦਾਸੀਆ ਸਿੱਖ ਤੇ ਉਹੀ ਕਰੇਗਾ ਨਾ। ਸਿੰਘ ਦਾ ਕੰਮ, ਸਿੱਖ ਦਾ ਕੰਮ ਹੈ ਵੀ ਗੁਰੂ ਦਾ ਬਚਨ ਮੰਨਣਾ। ਗੁਰੂ ਦਾ ਬਚਨ ਇਹ ਹੈ ਵੀ ਆ ਮੰਜਾ ਜਿਹੜਾ ਮੰਜੇ ਤੇ ਮੁਰਦਾ ਪਾਇਆ ਇਹਦੇ ਥੱਲੇ ਲੱਕੜ ਰੱਖ ਦੇ, ਤੇ ਸਿੱਖ ਨੇ ਛੇਤੀ ਦੇ ਨਾਲ ਉਹ ਬਲਦੀ ਹੋਈ ਲੱਕੜ ਜਿਹੜੀ ਹੈ ਉਹ ਥੱਲੇ ਰੱਖ ਦਿੱਤੀ ਹੈ। ਮੰਜੇ ਤੇ ਮੁਰਦਾ ਨਹੀਂ, ਜਿਉਂਦਾ ਇਨਸਾਨ ਪਾ ਕੇ ਲੈ ਆਏ ਮਹਾਰਾਜ ਨੂੰ ਛਲਣ ਵਾਸਤੇ। ਹੁਣ ਇਸ ਬੰਦੇ ਨੂੰ ਸੇਕ ਕਿਵੇਂ ਲੱਗੇਗਾ ਔਰ ਕਿਵੇਂ ਅੱਗ ਦੇ ਵਿੱਚ ਸੜਦਾ ਹੈ, ਮਹਾਰਾਜ ਇਹ ਸਾਰੀ ਇਹਨਾਂ ਦੀ ਕਹਾਣੀ ਸੰਗਤ ਨੂੰ ਕਿਵੇਂ ਪ੍ਰਗਟ ਕਰਕੇ ਦੱਸਦੇ, ਉਹ ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਲੇਖੈ ਕਤਹਿ ਨ ਛੂਟੀਐ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ